ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਪੰਜਾਬੀ ਦੀ ਜਮਾਤ ਦੇ ਵਿੱਚ ਆਪਾਂ ਚਰਚਾ ਕਰਨ ਜਾ ਰਹੇ ਹਾਂ ਸਾਡੀ ਆਧੁਨਿਕ ਕਾਵਿ ਦੇ ਮੋਢੀ ਕਵੀ ਭਾਈ ਵੀਰ ਸਿੰਘ ਬਾਰੇ, ਉਹਨਾਂ ਦੇ ਜਨਮ ਇਤਿਹਾਸ ਬਾਰੇ, ਉਹਨਾਂ ਦੀਆਂ ਮੁੱਖ ਰਚਨਾਵਾਂ ਬਾਰੇ। ਠੀਕ ਹੈ ਜੀ, ਤਾਂ ਆਓ ਸ਼ੁਰੂਆਤ ਕਰਦੇ ਹਾਂ। ਇਸ ਤੋਂ ਇਲਾਵਾ ਅੱਜ ਦੀ ਜਮਾਤ ਵਿੱਚ ਆਪਾਂ ਇਹ ਵੀ ਜ਼ਿਕਰ ਕਰਾਂਗੇ ਕਿ ਸਾਡੇ ਫਸਟ ਗ੍ਰੇਡ ਅਤੇ ਸੈਕੰਡ ਗ੍ਰੇਡ ਦੇ ਅਕੋਰਡਿੰਗ ਜੋ ਪੰਜਾਬੀ ਭਾਸ਼ਾ ਦਾ ਸਿਲੇਬਸ, ਜੋ ਸਾਡੀਆਂ ਪਾਠ ਪੁਸਤਕਾਂ ਹਨ, ਉਹਨਾਂ ਦੇ ਵਿੱਚ ਭਾਈ ਵੀਰ ਸਿੰਘ ਜੀ ਤੋਂ ਸੰਬੰਧਿਤ, ਉਹਨਾਂ ਦੀਆਂ ਰਚਨਾਵਾਂ ਤੋਂ ਸੰਬੰਧਿਤ ਕਿਹੋ ਜਿਹੇ ਪ੍ਰਸ਼ਨ ਆ ਸਕਦੇ ਹਨ, ਕਿ ਕਿੱਥੋਂ ਕਿਹੜੀ ਰਚਨਾ ਦਾ ਪ੍ਰਸ਼ਨ ਕਿਸ ਤੋਂ ਸੰਬੰਧਿਤ ਪੁੱਛਿਆ ਜਾ ਸਕਦਾ, ਇਹਨਾਂ ਸਭ ਦਾ ਜ਼ਿਕਰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਆਓ ਸ਼ੁਰੂਆਤ ਕਰੀਏ ਸਾਡੇ ਆਧੁਨਿਕ ਕਾਵਿ ਦੇ ਮੋਢੀ ਕਵੀ ਭਾਈ ਵੀਰ ਸਿੰਘ ਬਾਰੇ। ਤਾਂ ਸਭ ਤੋਂ ਪਹਿਲਾ ਫੈਕਟ ਕੀ ਚੀਜ਼ ਹੈ, ਤੁਸੀਂ ਨੋਟਸ ਟਾਈਪ ਇਸ ਨੂੰ ਤਿਆਰ ਕਰ ਸਕਦੇ ਹੋ। ਭਾਈ ਵੀਰ ਸਿੰਘ ਨੂੰ ਆਧੁਨਿਕ ਕਾਵਿ ਦਾ ਕੀ ਕਿਹਾ ਜਾਂਦਾ ਹੈ? ਮੋਢੀ ਕਵੀ ਕਿਹਾ ਜਾਂਦਾ ਹੈ। ਆਧੁਨਿਕ ਕਾਵਿ ਦਾ ਮੋਢੀ ਕਵੀ ਕੌਣ ਨੇ? ਭਾਈ ਵੀਰ ਸਿੰਘ ਜੀ ਹਨ। ਠੀਕ ਹੈ ਜੀ, ਕਿਉਂਕਿ ਇਹਨਾਂ ਦਾ ਜਦੋਂ ਆਪਾਂ ਇਹਨਾਂ ਦੀਆਂ ਰਚਨਾਵਾਂ ਬਾਰੇ ਜ਼ਿਕਰ ਕਰਾਂਗੇ ਤਾਂ ਜੋ ਪਹਿਲੀ ਵਾਰ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ 1955 ਦੇ ਵਿੱਚ, ਉਹ ਭਾਈ ਵੀਰ ਸਿੰਘ ਨੂੰ ਮਿਲਿਆ ਸੀ। ਕਿਹੜੀ ਰਚਨਾ ਤੇ? ਮੇਰੇ ਸਾਈਆਂ ਜੀਓ। ਖੈਰ, ਆਪਾਂ ਰਚਨਾਵਾਂ ਦਾ ਜ਼ਿਕਰ ਨਾਲ ਨਾਲ ਅੱਗੇ ਸ਼ੁਰੂ ਕਰਾਂਗੇ। ਆਓ ਇੱਕ ਵਾਰ ਆਪਾਂ ਇਹਨਾਂ ਦੇ ਜਨਮ ਤੋਂ ਸ਼ੁਰੂ ਕਰਦੇ ਹਾਂ। ਤਾਂ ਭਾਈ ਵੀਰ ਸਿੰਘ ਜੀ ਦਾ ਜੋ ਜਨਮ ਹੋਇਆ ਉਹ ਹੋਇਆ ਜੀ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ। 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ। ਐਸੇ ਜਗ੍ਹਾ ਤੇ ਆਪਾਂ ਜ਼ਿਕਰ ਕਰੀਏ ਇਹਨਾਂ ਦੀ ਮੌਤ ਦਾ ਤਾਂ 10 ਜੂਨ 1957, 10 ਜੂਨ 1957 ਦੇ ਵਿੱਚ ਇਹਨਾਂ ਦੀ ਮੌਤ ਹੋਈ। ਇਹ ਦੋ ਜ਼ਿਕਰ ਆਪਾਂ ਇੱਥੇ ਲਿਖੇ। ਹੁਣ ਜ਼ਿਕਰ ਆਉਂਦਾ ਕਿ ਭਾਈ ਵੀਰ ਸਿੰਘ ਦੀ ਜਨਮ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਦਾ। ਤਾਂ ਭਾਈ ਵੀਰ ਸਿੰਘ ਦੇ ਜਦੋਂ ਅਸੀਂ ਮਾਤਾ ਪਿਤਾ ਦਾ ਜ਼ਿਕਰ ਕਰਦੇ ਹਾਂ ਤਾਂ ਪਿਤਾ ਦਾ ਨਾਮ ਚਰਨ ਸਿੰਘ, ਹੁਣ ਨਾ ਇੱਕ ਚੀਜ਼ ਹੋਰ ਯਾਦ ਰੱਖਿਓ, ਭਾਈ ਵੀਰ ਸਿੰਘ ਜੀ ਦੇ ਜੋ ਦਾਦਾ ਜੀ ਹਨ, ਠੀਕ ਹੈ, ਦਾਦਾ ਜੀ ਸਨ ਜੋ ਭਾਈ ਵੀਰ ਸਿੰਘ ਜੀ ਦੇ, ਉਹਨਾਂ ਨੇ ਪੰਜਾਬੀ ਸਾਹਿਤ ਦਾ ਇੱਕ ਮਹਾਨ ਕੋਸ਼ ਲਿਖਿਆ। ਅਸੀਂ ਚਰਚਾ ਵੀ ਕਰਦੇ ਹਾਂ, ਸਾਡੇ ਸਿਲੇਬਸ ਦੇ ਵਿੱਚ ਇੱਕ ਚੈਪਟਰ ਵੀ ਆ। ਮਹਾਨ ਕੋਸ਼ ਦਾ ਕਰਤਾ ਕੌਣ ਨੇ? ਭਾਈ ਕਾਹਨ ਸਿੰਘ ਨਾਭਾ। ਜ਼ਿਕਰ ਆਉਂਦਾ ਨਾ। ਖੈਰ, ਆਓ ਸ਼ੁਰੂਆਤ ਕਰਦੇ ਹਾਂ, ਆਪਾਂ ਵੇਖਦੇ ਹਾਂ ਨਾਲ ਨਾਲ। ਪਿਤਾ ਦਾ ਨਾਮ ਚਰਨ ਸਿੰਘ ਤੇ ਮਾਤਾ ਦਾ ਨਾਮ ਕੀ ਸੀ? ਉੱਤਮ ਕੌਰ। ਇਹਨਾਂ ਦੀ ਮਾਤਾ ਦਾ ਕੀ ਨਾਮ? ਮਾਤਾ ਦਾ ਨਾਮ ਆਇਆ ਜੀ ਉੱਤਮ ਕੌਰ। ਤੇ ਜੇ ਪ੍ਰਸ਼ਨ ਮਾਤਾ ਪਿਤਾ ਤੋਂ ਇਲਾਵਾ, ਜਿਵੇਂ ਹੁਣੇ ਹੁਣੇ ਮੈਂ ਪ੍ਰਸ਼ਨ ਬੋਲਿਆ, ਇਹਨਾਂ ਦੇ ਦਾਦਾ ਜੀ ਦਾ ਨਾਮ, ਇਹਨਾਂ ਦੇ ਦਾਦਾ ਜੀ ਕੌਣ, ਜਿਹਨੂੰ ਅਸੀਂ ਬਹੁਤ ਚੰਗੇ ਵਿਸਤ੍ਰਿਤ ਤਰੀਕੇ ਨਾਲ ਸਾਡੇ ਸਿਲੇਬਸ 'ਚ ਪੜ੍ਹਦੇ ਹਾਂ? ਭਾਈ ਕਾਹਨ ਸਿੰਘ ਨਾਭਾ। ਜਿਨ੍ਹਾਂ ਨੂੰ ਅਸੀਂ ਕੀ ਪੜ੍ਹਦੇ ਹਾਂ? ਮਹਾਨ ਕੋਸ਼ ਦਾ ਰਚੇਤਾ। ਮਹਾਨ ਕੋਸ਼ ਦਾ ਰਚੇਤਾ ਪੜ੍ਹਦੇ ਆ। ਕੌਣ? ਭਾਈ ਕਾਹਨ ਸਿੰਘ ਨਾਭਾ। ਠੀਕ ਹੈ ਜੀ। ਤਾਂ ਜੋ ਭਾਈ ਕਾਹਨ ਸਿੰਘ ਨਾਭਾ ਜੀ ਸੀ, ਉਹ ਇਹਨਾਂ ਦੇ ਦਾਦਾ ਜੀ ਸਨ। ਤਾਂ ਇੱਕ ਚੀਜ਼ ਯਾਦ ਰੱਖਿਓ, ਭਾਈ ਕਾਹਨ ਸਿੰਘ ਨਾਭਾ ਦਾ ਜਿਹੜਾ ਸੰਬੰਧ ਸੀਗਾ ਨਾ, ਉਹ ਕਿਹੜੀ ਭਾਸ਼ਾ ਨਾਲ ਸੀ? ਇਹ ਵੀ ਪ੍ਰਸ਼ਨ ਕਈ ਵਾਰ, ਚਲੋ ਇੱਥੇ ਆਪਾਂ ਲਿਖ ਹੀ ਲਈਏ। ਤਾਂ ਉਹਨਾਂ ਦਾ ਸੰਬੰਧ ਸੀ ਕਿਹੜੀ ਭਾਸ਼ਾ ਦੇ ਨਾਲ? ਬ੍ਰਜ ਭਾਸ਼ਾ ਦੇ ਨਾਲ ਇਹਨਾਂ ਦੇ ਦਾਦਾ ਜੀ ਦਾ ਸੰਬੰਧ ਸੀ, ਜੋ ਮਹਾਨ ਕੋਸ਼ ਦੇ ਕਰਤਾ ਹਨ। ਕੌਣ? ਭਾਈ ਕਾਹਨ ਸਿੰਘ ਨਾਭਾ। ਹੁਣ ਉਸ ਤੋਂ ਬਾਅਦ ਆਪਾਂ ਜ਼ਿਕਰ ਕਰੀਏ ਕਿ ਭਾਈ ਵੀਰ ਸਿੰਘ ਜੀ ਨੂੰ ਉਹਨਾਂ ਦੇ ਕਿਹੜੇ-ਕਿਹੜੇ ਉਪਨਾਮਾਂ ਦੇ ਨਾਲ ਬੁਲਾਇਆ ਜਾਂਦਾ ਹੈ? ਤਾਂ ਉਹਨਾਂ ਨੂੰ ਕਿਹਾ ਜਾਂਦਾ ਨੰਬਰ 1, ਗੁਰਬਾਣੀ ਦਾ ਵਿਆਖਿਆਕਾਰ। ਗੁਰਬਾਣੀ ਦਾ ਵਿਆਖਿਆਕਾਰ। ਜੇ ਇਹਨਾਂ ਦੇ ਉਪਨਾਮਾਂ ਦਾ ਆਪਾਂ ਜ਼ਿਕਰ ਕਰੀਏ, ਉਸੇ ਸ਼੍ਰੇਣੀ ਦੇ ਵਿੱਚ ਇਹਨਾਂ ਨੂੰ ਪੰਜਾਬ ਦਾ, ਇਹ ਵੀ ਪ੍ਰਸ਼ਨ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ, ਪੰਜਾਬ ਦਾ ਕਿੰਨਵਾਂ ਦਰਿਆ ਕਿਹਾ ਜਾਂਦਾ ਹੈ? ਪੰਜਾਬ ਦਾ ਇਹਨਾਂ ਨੂੰ 6ਵਾਂ ਦਰਿਆ ਕਿਹਾ ਜਾਂਦਾ ਹੈ। ਠੀਕ ਹੈ ਜੀ, ਪੰਜਾਬ ਦਾ 6ਵਾਂ ਦਰਿਆ। ਤੇ ਕਿਹਾ ਕਿਹਨੇ ਸੀ 6ਵਾਂ ਦਰਿਆ?
ਹਰਿੰਦਰਨਾਥ ਚਟੋਪਾਧਿਆਏ। ਠੀਕ ਹੈ ਜੀ। ਤਾਂ ਯਾਦ ਰੱਖਿਓ ਕਿ ਇਹਨਾਂ ਨੂੰ ਪੰਜਾਬ ਦਾ 6ਵਾਂ ਦਰਿਆ ਕਿਹਨੇ ਕਿਹਾ ਸੀ? ਹਰਿੰਦਰਨਾਥ ਚਟੋਪਾਧਿਆਏ ਸਾਹਿਬ ਨੇ। ਤਾਂ ਇਹ ਪ੍ਰਸ਼ਨ ਆਉਣ ਵਾਲਾ ਪ੍ਰਸ਼ਨ ਹੈ। ਦੇਖੋ ਕੀ ਚੀਜ਼ ਲਿਆ ਸੀ ਕਿ ਭਾਈ ਵੀਰ ਸਿੰਘ ਦੇ ਅਸੀਂ ਉਪਨਾਮਾਂ ਦਾ ਜਦੋਂ ਜ਼ਿਕਰ ਕਰ ਰਹੇ ਹਾਂ, ਇੱਕ ਤਾਂ ਇਹਨਾਂ ਨੂੰ ਗੁਰਬਾਣੀ ਦਾ ਵਿਆਖਿਆਕਾਰ ਕਿਹਾ ਜਾਂਦਾ ਹੈ, ਉਸ ਤੋਂ ਇਲਾਵਾ ਪੰਜਾਬ ਦਾ 6ਵਾਂ ਦਰਿਆ, ਇਹਨਾਂ ਨੂੰ ਇੱਕ ਕਿਹਾ ਜਾਂਦਾ ਹੈ ਅਰਸ਼ਾਂ ਦਾ ਕਵੀ। ਇਹ ਜ਼ਿਕਰ ਕਰ ਲਿਓ ਸਾਰੇ ਉਪਨਾਮ ਇਹਨਾਂ ਦੇ। ਇਹਨਾਂ ਨੂੰ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਪੰਜਾਬੀ ਦਾ ਵੁਡਸਵਰਥ, ਇੱਕ ਹੋਰ ਲਿਖਿਓ ਵੈਸ ਫੈਕਟ, ਇਹਨਾਂ ਨੂੰ ਪੰਜਾਬੀ ਦਾ ਵੁਡਸਵਰਥ ਵੀ ਕਿਹਾ ਜਾਂਦਾ। ਤੇ ਇਹ ਕੁਝ ਨਾਮ ਨੇ ਭਾਈ ਵੀਰ ਸਿੰਘ ਜੀ ਦੇ ਉਪਨਾਮ। ਕਿਹੜੇ ਕਿਹੜੇ ਆਓ ਆਪਾਂ ਜ਼ਿਕਰ ਕਰੀਏ ਵਾਪਸ। ਨੰਬਰ 1, ਪਹਿਲਾ ਇਹਨਾਂ ਦਾ ਉਪਨਾਮ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਭਾਈ ਵੀਰ ਸਿੰਘ ਜੀ ਦੇ। ਕਿਹੜੇ? ਕਿ ਇੱਕ ਤਾਂ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਕੀ ਚੀਜ਼? ਗੁਰਬਾਣੀ ਦਾ ਵਿਆਖਿਆਕਾਰ। ਉਸ ਤੋਂ ਇਲਾਵਾ ਇਹਨਾਂ ਨੂੰ ਹਰਿੰਦਰਨਾਥ ਚਟੋਪਾਧਿਆਏ ਸਾਹਿਬ ਨੇ ਇਹਨਾਂ ਨੂੰ ਕਿਹਾ ਸੀ ਪੰਜਾਬ ਦਾ 6ਵਾਂ ਦਰਿਆ। ਇਹਨਾਂ ਨੂੰ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਹੈ। ਉਸ ਤੋਂ ਇਲਾਵਾ ਅਰਸ਼ਾਂ ਦੇ ਕਵੀ ਤੋਂ ਇਲਾਵਾ ਇਹਨਾਂ ਨੂੰ ਪੰਜਾਬੀ ਦਾ ਜਾਂ ਪੰਜਾਬ ਦਾ ਕੀ ਕਿਹਾ ਜਾਂਦਾ ਹੈ? ਵੁਡਸਵਰਥ ਵੀ ਕਿਹਾ ਜਾਂਦਾ ਹੈ। ਜੇ ਹੋਰ ਆਪਾਂ ਕੁਝ ਜੋੜਨਾ ਚਾਹੀਏ ਤਾਂ ਤੁਸੀਂ ਯਾਦ ਰੱਖ ਸਕਦੇ ਹੋ, ਸਿੱਧੇ ਹੀ ਆਪਾਂ ਕਹਿੰਦੇ ਹਾਂ ਕਿ ਇਹ ਭਾਈ ਵੀਰ ਸਿੰਘ ਜੀ ਛੋਟੀਆਂ ਕਵਿਤਾਵਾਂ ਦੇ ਕੀ ਹਨ? ਵੱਡੇ ਕਵੀ ਵੀ ਸਨ। ਠੀਕ ਹੈ ਜੀ। ਤਾਂ ਇਹ ਕੁਝ ਜ਼ਿਕਰ ਕੀਤਾ। ਇੱਕ ਪ੍ਰਸ਼ਨ ਅਸੀਂ ਇੱਥੇ ਆ ਪੜਿਆ ਮੇਨ ਦੇ ਵਿੱਚੋਂ ਕਿ ਇਹਨਾਂ ਦੇ ਦਾਦਾ ਜੀ ਜੋ ਭਾਈ ਕਾਹਨ ਸਿੰਘ ਜੀ ਨਾਭਾ ਸਾਹਿਬ ਹਨ, ਉਹਨਾਂ ਨੇ ਇੱਕ ਮਹਾਨ ਗ੍ਰੰਥ ਅਸੀਂ ਪੜ੍ਹਦੇ ਹਾਂ ਕੀ ਚੀਜ਼? ਪੰਜਾਬੀ ਵਿੱਚ ਮਹਾਨ ਕੋਸ਼ ਦਾ ਜ਼ਿਕਰ ਆਉਂਦਾ, ਆਪਣੇ ਸਿਲੇਬਸ 'ਚ ਚੈਪਟਰ ਵੀ ਮਿਲਦਾ, ਉਹਦੇ ਰਚੇਤਾ ਹਨ। ਠੀਕ ਹੈ ਜੀ। ਆਓ ਅੱਗੇ ਚੱਲਦੇ ਹਾਂ, ਅੱਗੇ ਵਧਦੇ ਹਾਂ। ਤਾਂ ਭਾਈ ਵੀਰ ਸਿੰਘ ਬਾਰੇ ਵਿਸ਼ੇਸ਼ ਕੀ ਚੀਜ਼ ਆ? ਕੁਛ ਮੈਂ ਇੱਥੇ ਆਪਾਂ ਫੈਕਟ ਆਪਾਂ ਲਿਖਣੇ ਆ ਕਿ ਕੀ ਕੁਛ ਉਹਨਾਂ ਦੀ ਵਿਸ਼ੇਸ਼ਤਾ, ਕੁਛ ਵਿਸ਼ੇਸ਼ ਉਹਨਾਂ ਬਾਰੇ ਕੀ ਕੁਛ ਸਾਨੂੰ ਸਿੱਖਣ ਨੂੰ ਮਿਲਦਾ, ਉਹਨਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਜਿਵੇਂ ਆਪਾਂ ਕਹੀਏ ਉਹਨਾਂ ਨੂੰ ਛੋਟੀਆਂ ਕਵਿਤਾਵਾਂ ਦਾ ਕੀ ਚੀਜ਼ ਕਿਹਾ ਜਾਂਦਾ ਹੈ? ਵੱਡਾ ਕਵੀ। ਜਿਵੇਂ ਪਹਿਲਾ ਫੈਕਟ ਆਪਾਂ ਇਹੀ ਲਈਏ, ਨੰਬਰ 1, ਛੋਟੀਆਂ ਕਵਿਤਾਵਾਂ ਦਾ, ਹਾਲਾਂਕਿ ਇਹਨੂੰ ਪਿੱਛੇ ਆਪਾਂ ਉਪਨਾਮ ਚ ਪੜ੍ਹ ਸਕਦੇ ਸੀ, ਲੇਕਿਨ ਇਹਨਾਂ ਦਾ ਵਿਸ਼ੇਸ਼ਤਾ ਸੀ ਕਿ ਇਹ ਆਪਣੀਆਂ ਛੋਟੀਆਂ ਕਵਿਤਾਵਾਂ ਨੂੰ ਇਸ ਤਰੀਕੇ ਨਾਲ ਪਰੋਂਦੇ ਸੀ ਕਿ ਉਹ ਹਰ ਕਿਸੇ ਨੂੰ ਮਹਿਸੂਸ ਹੁੰਦੀ ਸੀ, ਵਧੀਆ ਤਰੀਕੇ ਨਾਲ ਲੱਗਣ, ਮਤਲਬ ਪ੍ਰਭਾਵਿਤ ਕਰਦੀ ਸੀ। ਇਸ ਕਰਕੇ ਇਹਨਾਂ ਨੂੰ ਛੋਟੀਆਂ ਕਵਿਤਾਵਾਂ ਦਾ ਕੀ ਕਿਹਾ ਜਾਂਦਾ ਸੀ? ਵੱਡਾ ਕਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਵਿਸ਼ੇਸ਼ ਦੇ ਵਿੱਚ ਆਪਾਂ ਜ਼ਿਕਰ ਕਰੀਏ ਤਾਂ ਇਹਨਾਂ ਨੇ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਸੀ। ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਸੀ। ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਸੀ। ਉਸ ਤੋਂ ਬਾਅਦ ਇਹਨਾਂ ਦਾ ਜ਼ਿਕਰ ਆਉਂਦਾ, ਇੱਕ ਇਹਨਾਂ ਨੇ ਵਜ਼ੀਰ ਹਿੰਦ ਪ੍ਰੈਸ ਦੀ ਵੀ ਸਥਾਪਨਾ ਕੀਤੀ ਸੀ। ਵਜ਼ੀਰ ਹਿੰਦ ਪ੍ਰੈਸ ਦੀ ਵੀ ਸਥਾਪਨਾ ਕੀਤੀ ਸੀ। ਤੁਸੀਂ ਜੇ ਸਨ ਲੈਣਾ ਚਾਹੋ ਨਾ, ਜੇ ਸਨ ਲਿਖਣਾ ਚਾਹੋ, ਹਾਲਾਂਕਿ ਸਨ ਨਹੀਂ ਪੁੱਛਦਾ, ਚਲੋ ਫਿਰ ਵੀ ਲਿਖਣਾ ਚਾਹੋ ਤਾਂ ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ ਸੀ ਇਹਨਾਂ ਨੇ 1892 ਵਿੱਚ, ਤੇ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਸੀ 1893 ਵਿੱਚ। ਮੈਂ ਇਹਨੂੰ ਉਲਟਾ ਲਿਖ ਲਿਆ, ਤੁਸੀਂ ਕੋਈ ਨਹੀਂ ਸਨ ਨੂੰ ਕਵਰ ਕਰ ਲਿਓ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਕੁਝ ਹੋਰ ਫੈਕਟਾਂ ਦਾ ਆਪਾਂ ਜ਼ਿਕਰ ਕਰੀਏ ਤਾਂ ਇੱਕ ਇਹਨਾਂ ਨੇ 1899 ਦੇ ਵਿੱਚ ਖਾਲਸਾ ਸਮਾਚਾਰ ਪੱਤਰ ਪ੍ਰਕਾਸ਼ਿਤ ਕੀਤਾ ਸੀ। ਖਾਲਸਾ ਸਮਾਚਾਰ ਪੱਤਰ ਪ੍ਰਕਾਸ਼ਿਤ ਕੀਤਾ। ਉਸ ਤੋਂ ਬਾਅਦ ਅਸੀਂ ਇੱਕ ਪੜ੍ਹਦੇ ਹਾਂ ਪੰਜਾਬ ਐਂਡ ਸਿੰਧ ਬੈਂਕ। ਤੁਸੀਂ ਨਾਮ ਸੁਣਿਆ ਹੋਊਗਾ, ਚੰਗੇ ਤਰੀਕੇ ਨਾਲ ਆਪਾਂ ਸੁਣਦੇ ਹਾਂ ਤਾਂ ਯਾਦ ਰੱਖਿਓ, ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਸਿੰਧ ਬੈਂਕ ਦੀ ਸਥਾਪਨਾ ਇਹਨਾਂ ਨੇ ਹੀ ਕੀਤੀ ਸੀ। ਠੀਕ ਹੈ। ਜਾਂ ਬੈਂਕ ਦੀ ਤੁਸੀਂ ਐਂ ਕਹਿ ਸਕਦੇ ਹੋ, ਬੈਂਕ ਦੀ ਜੋ ਨੀਂਹ ਰੱਖੀ ਸੀ ਉਹ ਕਿਹਨਾਂ ਨੇ ਰੱਖੀ ਸੀ?
ਭਾਈ ਵੀਰ ਸਿੰਘ ਨੇ ਰੱਖੀ ਸੀ ਤੇ ਸਮਾਂ ਸੀ ਕਦੋਂ 1908 ਈਸਵੀ ਦਾ। ਪੰਜਾਬ ਐਂਡ ਸਿੰਧ ਬੈਂਕ ਦੀ ਜੋ ਨੀਂਵ ਰੱਖੀ ਸੀ 1908 ਦੇ ਵਿੱਚ ਭਾਈ ਵੀਰ ਸਿੰਘ ਜੀ ਦੁਆਰਾ ਹੀ ਰੱਖੀ ਗਈ ਸੀ। ਇੱਕ ਇਹਨਾਂ ਨੇ ਆਨੰਦ ਮੈਰਿਜ ਐਕਟ ਪਾਸ ਕੀਤਾ ਸੀ, ਯਾਦ ਹੋਵੇ ਤੁਹਾਨੂੰ, ਅਸੀਂ ਚੰਗੇ ਤਰੀਕੇ ਨਾਲ ਇਹਨਾਂ ਦਾ ਜਦੋਂ ਅਸੀਂ ਪੜ੍ਹਦੇ ਹਾਂ ਵਿਵਰਣ, ਤਾਂ ਆਨੰਦ ਮੈਰਿਜ ਐਕਟ ਪਾਸ ਹੋਇਆ ਸੀ ਕਦੋਂ? ਜਸਟ 1 ਸਾਲ ਬਾਅਦ। ਆਨੰਦ ਮੈਰਿਜ ਐਕਟ ਪਾਸ ਕੀਤਾ ਸੀ 1909 ਦੇ ਵਿੱਚ। ਤਾਂ ਇੱਕ ਵਾਰ ਵਾਪਸ ਲਈ ਥੋੜਾ ਜਿਹਾ ਇੱਕ ਦੋ ਫੈਕਟ ਹੋਰ ਆਪਾਂ ਅੱਗੇ ਪੜ੍ਹਦੇ ਹਾਂ ਕਿ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ 1893 ਵਿੱਚ, ਇਸ ਤੋਂ ਪਹਿਲਾਂ ਉਹਨਾਂ ਨੇ ਕਾਹਦੀ ਕਰ ਲਈ ਸੀ? ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ 1892 ਵਿੱਚ। 1899 ਈਸਵੀ ਦੇ ਵਿੱਚ ਖਾਲਸਾ ਸਮਾਚਾਰ ਪੱਤਰ ਪ੍ਰਕਾਸ਼ਿਤ ਕੀਤਾ। ਉਸ ਤੋਂ ਬਾਅਦ ਪੰਜਾਬ ਐਂਡ ਸਿੰਧ ਬੈਂਕ ਦੀ ਨੀਂਵ ਰੱਖੀ ਇਹਨਾਂ ਨੇ 1908 ਈਸਵੀ ਦੇ ਵਿੱਚ, ਤੇ ਆਨੰਦ ਮੈਰਿਜ ਐਕਟ ਪਾਸ ਕੀਤਾ ਸੀ ਜੋ ਉਹਦੇ ਵਿੱਚ ਇਹਨਾਂ ਦੀ ਭੂਮਿਕਾ ਸੀ, ਉਹਦਾ ਸਮਾਂ ਕੀ ਸੀ? 1909 ਈਸਵੀ। ਉਸ ਤੋਂ ਇਲਾਵਾ ਕੁਝ ਆਪਾਂ ਹੋਰ ਜੋੜ ਕੇ ਦੇਖੀਏ ਤਾਂ ਆਪਾਂ ਨਾਲ ਕੀ ਚੀਜ਼ ਸਾਨੂੰ ਮਿਲਦਾ ਹੈ ਕਿ ਇਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ, ਠੀਕ ਹੈ, ਇਹਨਾਂ ਦੀਆਂ ਰਚਨਾਵਾਂ, ਹਾਲਾਂਕਿ ਉਹਦਾ ਜ਼ਿਕਰ ਆਪਾਂ ਅੱਗੇ ਜਾ ਕੇ ਪੜਾਂਗੇ ਕੀ ਚੀਜ਼ ਇਹਨਾਂ ਨੂੰ ਕੀ ਮਿਲਿਆ ਸੀ। ਇੱਕ ਭਾਰਤ ਸਾਹਿਤ ਅਕਾਦਮੀ ਪੁਰਸਕਾਰ, ਠੀਕ ਹੈ, ਭਾਰਤ ਸਾਹਿਤ ਅਕਾਦਮੀ ਪੁਰਸਕਾਰ। ਇਹਦਾ ਆਪਾਂ ਜ਼ਿਕਰ ਅੱਗੇ ਪੜਾਂਗੇ। ਕਿਹੜੀ ਰਚਨਾ ਦੀ? ਮੇਰੇ ਸਾਈਆਂ ਜੀਓ, ਜੋ 1952-53 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ, ਪਰ ਜੋ ਪੁਰਸਕਾਰ ਮਿਲਿਆ ਸੀ ਉਹ 1955 ਦੇ ਵਿੱਚ ਜਾ ਕੇ ਮਿਲਿਆ ਸੀ। ਖੈਰ, ਆਓ ਅੱਗੇ ਚੱਲਦੇ ਹਾਂ ਭਾਈ ਵੀਰ ਸਿੰਘ ਜੀ ਦੇ ਹੋਰ ਜ਼ਿਕਰ ਬਾਰੇ। ਹੁਣ ਆ ਗਈਆਂ ਭਾਈ ਵੀਰ ਸਿੰਘ ਜੀ ਦੀਆਂ ਕਾਵ ਰਚਨਾਵਾਂ ਦਾ ਜ਼ਿਕਰ, ਠੀਕ ਹੈ। ਭਾਈ ਵੀਰ ਸਿੰਘ ਜੀ ਦੀਆਂ ਅੱਛਾ, ਇੱਕ ਚੀਜ਼ ਮੈਂ ਹੋਰ ਦੱਸਾਂ, ਇੱਕ ਪ੍ਰਸ਼ਨ ਹੋਰ ਯਾਦ ਆਇਆ ਸੀ ਜਦੋਂ ਪਿੱਛੇ ਫੈਕਟ ਪੜ੍ਹ ਰਹੇ ਸੀ। ਕੀ ਚੀਜ਼? ਜਦੋਂ ਉਹਨਾਂ ਦੇ ਵਿਸ਼ੇਸ਼ ਦੇ ਬਾਰੇ ਅਸੀਂ ਚਰਚਾ ਕਰ ਰਹੇ ਸੀ, ਇੱਕ ਦੋ ਫੈਕਟ ਆਪਾਂ ਜੀ ਹੋਰ ਡੀਪ ਜਾਣਾ ਚਾਹੀਏ। ਇੱਕ ਤਾਂ ਇਹ ਲਿਖਾ ਲਿਆ ਕਿ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਇਹਨਾਂ ਨੂੰ ਕਿਹੜੀ ਰਚਨਾ ਤੇ? ਲਿਖੀ ਲਈਏ ਇੱਥੇ ਵੀ, ਮੇਰੇ ਸਾਈਆਂ ਜੀਓ, ਠੀਕ ਹੈ। 1955 ਦੇ ਵਿੱਚ ਇਹਨਾਂ ਨੂੰ ਇਸ ਰਚਨਾ ਤੇ ਕੀ ਮਿਲਿਆ ਸੀ? ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਸ ਤੋਂ ਬਾਅਦ ਨਾ ਇੱਕ ਇਹਨਾਂ ਦੇ ਵਿੱਚ ਯਾਦ ਰੱਖਿਓ, ਬਹੁਤ ਵਧੀਆ ਫੈਕਟ ਹੈ, ਡੀਪ ਫੈਕਟ ਹੈ, ਪ੍ਰਸ਼ਨ ਯਾਦ ਰੱਖਿਓ। ਪੰਜਾਬੀ ਵਿੱਚ ਪਹਿਲੀ ਵਾਰ ਜਿਹੜੀ ਰੁਬਾਈਆਂ ਦੀ ਵਰਤੋਂ ਕੀਤੀ ਸੀ, ਪੰਜਾਬੀ ਵਿੱਚ ਪਹਿਲੀ ਵਾਰ ਰੁਬਾਈਆਂ ਦੀ ਵਰਤੋਂ ਕਿਹਨਾਂ ਨੇ ਕੀਤੀ ਸੀ? ਭਾਈ ਵੀਰ ਸਿੰਘ ਨੇ ਕੀਤੀ ਸੀ। ਥੋੜਾ ਡੀਪ ਫੈਕਟ ਹੈ ਪਰ ਪ੍ਰਸ਼ਨ ਆਉਣ ਵਾਲਾ ਪ੍ਰਸ਼ਨ ਹੈ ਕਿ ਰੁਬਾਈਆਂ ਦੀ ਵਰਤੋਂ ਪਹਿਲੀ ਵਾਰ ਕਿਹਨਾਂ ਨੇ ਕੀਤੀ ਸੀ? ਭਾਈ ਵੀਰ ਸਿੰਘ ਨੇ ਕੀਤੀ ਸੀ, ਜਿਸ ਨੂੰ ਅਸੀਂ ਪੜ੍ਹਦੇ ਹਾਂ ਅੱਗੇ ਜਾ ਕੇ। ਚਲੋ ਖੈਰ, ਉਹ ਅੱਗੇ ਫੈਕਟ ਆ ਜਾਂਦਾ, ਤੁਰਿਆਈ ਛੰਦ ਦਾ ਜ਼ਿਕਰ ਆ ਜਾਂਦਾ, ਤਾਂ ਇੱਕ ਪ੍ਰਸ਼ਨ ਆ ਵੀ ਯਾਦ ਰੱਖਣਾ। ਹੁਣ ਚੱਲਦੇ ਹਾਂ ਭਾਈ ਵੀਰ ਸਿੰਘ ਜੀ ਦੀਆਂ ਆਪਾਂ ਕਾਵ ਰਚਨਾਵਾਂ ਬਾਰੇ, ਠੀਕ ਹੈ। ਇੱਥੇ ਮੈਂ ਕਾਵ ਰਚਨਾਵਾਂ ਦੇ ਸਿਰਫ ਟਾਈਟਲ ਲਏ ਆ, ਇਹਨਾਂ ਦਾ ਵਿਸ਼ਾ ਥੋੜਾ ਥੋੜਾ ਆਪਾਂ ਨਾਲ ਚੈੱਕ ਕਰਾਂਗੇ ਕਿਉਂਕਿ ਪੇਪਰ 'ਚ ਪ੍ਰਸ਼ਨ ਕਈ ਵਾਰ ਸਿੱਧਾ ਪੁੱਛ ਲਿਆ ਜਾਂਦਾ ਹੈ ਕਿ ਨਨਾਣ ਭਰਜਾਈ ਦਾ ਵਿਸ਼ਾ ਕੀ ਸੀ? ਰਾਣਾ ਸੂਰਤ ਸਿੰਘ ਕੀ ਸੀ, ਜੋ ਪੰਜਾਬੀ ਸਾਹਿਤ ਦਾ ਪਹਿਲਾ ਮਹਾਕਾਵ ਹੈ। ਇਸ ਤਰੀਕੇ ਨਾਲ ਕੋਈ ਪ੍ਰਸ਼ਨ ਪੁੱਛਿਆ ਜਾ ਸਕਦਾ। ਤਾਂ ਦੇਖੋ, ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਬਾਰੇ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਤਾਂ ਪਹਿਲੀ ਰਚਨਾ ਸਾਨੂੰ ਕੀ ਵੇਖਣ ਨੂੰ ਮਿਲਦੀ ਆ? ਨਨਾਣ ਭਰਜਾਈ। ਨਨਾਣ ਭਰਜਾਈ ਦਾ ਜ਼ਿਕਰ ਜਦੋਂ ਵੀ ਆਉਂਦਾ ਤਾਂ ਅਸੀਂ ਕੀ ਚੀਜ਼ ਪੜ੍ਹਦੇ ਹਾਂ? ਇਹ ਇਹਨਾਂ ਦੀ ਪਹਿਲੀ ਕਾਵ ਰਚਨਾ ਸੀ। ਭਾਈ ਵੀਰ ਸਿੰਘ ਜੀ ਦੀ ਨਨਾਣ ਭਰਜਾਈ ਪਹਿਲੀ ਕਾਵ ਰਚਨਾ ਸੀ, ਠੀਕ ਹੈ। ਹੁਣ ਨਾ ਪ੍ਰਸ਼ਨ ਇੱਕ ਬਹੁਤ ਵਧੀਆ ਆਉਂਦਾ ਹੈ, ਛੰਦ ਦੇ ਤੌਰ ਤੇ ਜੋ ਰਚਨਾ ਸਾਡੇ ਕੋਲ ਆਈ, ਨਨਾਣ ਭਰਜਾਈ ਜੋ ਰਚਨਾ ਦਾ ਜ਼ਿਕਰ ਹੋਇਆ, ਇਹ ਕਿਹੜੇ ਛੰਦ ਵਿੱਚ ਰਚੀ ਗਈ ਸੀ? ਤਾਂ ਇਸ ਰਚਨਾ ਦੇ ਵਿੱਚ ਯਾਦ ਰੱਖਿਓ ਕਿਹੜਾ ਛੰਦ ਵਰਤਿਆ ਗਿਆ ਸੀ? ਬੈਂਤ ਛੰਦ ਵਰਤਿਆ ਗਿਆ ਸੀ। ਹੁਣ ਕਈ ਵਾਰ ਕੀ ਚੀਜ਼ ਕਰਦਾ ਹੈ, ਉਹ ਰਚਨਾ ਦਾ ਵਿਸ਼ਾ ਪੁੱਛ ਲੈਂਦਾ। ਕੀ ਮੰਨ ਲਓ ਪੇਪਰ 'ਚ ਪ੍ਰਸ਼ਨ ਆ ਜੇ ਕਿ ਜੀ ਨਨਾਣ ਭਰਜਾਈ ਜੋ ਰਚਨਾ ਹੈ ਇਸ ਦਾ ਵਿਸ਼ਾ ਕੀ ਆ? ਇਹ ਵਿਸ਼ਾ ਕਾਸ ਤੋਂ ਸੰਬੰਧਿਤ ਰਚਨਾ ਸੀ ਇਹਨਾਂ ਦੀ। ਇਹ ਰਚਨਾ ਇਹਨਾਂ ਦੀ ਸਮਾਜ ਸੁਧਾਰ ਤੋਂ ਸੰਬੰਧਿਤ ਸੀ, ਸਮਾਜ ਸੁਧਾਰ ਤੋਂ ਸੰਬੰਧਿਤ।
ਸਮਾਜ ਸੁਧਾਰ ਤੋਂ ਸੰਬੰਧਿਤ ਜਿਹੜੀ ਰਚਨਾ ਸੀ ਉਹ ਕਿਹੜੀ ਸੀ? ਨਨਾਣ ਭਰਜਾਈ, ਜੋ ਇਹਨਾਂ ਦੀ ਪਹਿਲੀ ਕਾਵਿ ਰਚਨਾ ਸੀ। ਉਸ ਤੋਂ ਬਾਅਦ ਅਗਲੀ ਕਾਵਿ ਰਚਨਾ ਮਿਲਦੀ ਹੈ ਸਾਨੂੰ 1905 ਦੇ ਵਿੱਚ ਰਾਣਾ ਸੂਰਤ ਸਿੰਘ। ਹੁਣ ਰਾਣਾ ਸੂਰਤ ਸਿੰਘ ਬਾਰੇ ਪਹਿਲਾ ਫੈਕਟ ਕੀ ਕਿ ਇਸ ਨੂੰ ਪੰਜਾਬੀ ਸਾਹਿਤ ਦਾ ਕੀ ਕਿਹਾ ਜਾਂਦਾ ਹੈ ਜੀ? ਪਹਿਲਾ ਮਹਾਕਾਵਿ ਕਿਹਾ ਜਾਂਦਾ ਹੈ। ਪੰਜਾਬੀ ਸਾਹਿਤ ਦਾ ਇਸ ਨੂੰ ਕੀ ਕਿਹਾ ਜਾਂਦਾ ਹੈ? ਰਾਣਾ ਸੂਰਤ ਸਿੰਘ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਮਹਾਕਾਵਿ ਕਿਹਾ ਜਾਂਦਾ ਹੈ। ਜੋ ਕੀ ਚੀਜ਼ ਇਹਦੇ ਵਿੱਚ ਯਾਦ ਰੱਖਿਓ, 1905 ਦੇ ਵਿੱਚ ਇਹ ਟਰੈਕਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਸੀ। ਟਰੈਕਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਸੀ। ਠੀਕ ਹੈ ਜੀ। ਪਹਿਲੀ ਵਾਰ 1905 ਈਸਵੀ ਦੇ ਵਿੱਚ ਜਦੋਂ ਇਹ ਲਿਖਿਆ ਗਿਆ ਮਹਾਕਾਵਿ ਤਿਆਰ ਹੋਇਆ, ਉਦੋਂ ਇਹ ਟਰੈਕਟਾਂ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਹੋਇਆ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਜ਼ਿਕਰ ਪੜ੍ਹਦੇ ਹਾਂ 1919 ਵਿੱਚ ਆ ਕੇ, ਥੋੜਾ ਡੀਪ ਪ੍ਰਸ਼ਨ ਹੈ, ਜੋ ਇਹ ਟਰੈਕਟਾਂ ਦੇ ਰੂਪ ਵਿੱਚ ਸੀ, 1919 ਵਿੱਚ ਆ ਕੇ ਇਸ ਨੇ ਇੱਕ ਪੁਸਤਕ ਦਾ ਰੂਪ ਧਾਰਨ ਕੀਤਾ। ਫਿਰ ਇਹ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ। ਠੀਕ ਹੈ ਜੀ। ਫਿਰ ਇਹ 1919 ਦੇ ਵਿੱਚ ਪੁਸਤਕ ਦੇ ਰੂਪ ਵਿੱਚ ਆ ਕੇ ਕੀ ਹੋਇਆ? ਪ੍ਰਕਾਸ਼ਿਤ ਹੋਇਆ। ਕਲੀਅਰ ਹੋ ਗਈ ਗੱਲ। ਹੁਣ ਰਾਣਾ ਸੂਰਤ ਸਿੰਘ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਇਹ ਕਿਹੜੇ ਕਾਹਦੇ ਵਿੱਚ ਲਿਖਿਆ ਗਿਆ? ਤਾਂ ਇੱਕ ਤਾਂ ਇਹ 35 ਸਰੰਗਾਂ ਤੇ ਸਿਰਖੰਡੀ ਛੰਦ ਵਿੱਚ। ਇੱਥੇ ਮੈਂ ਪ੍ਰਸ਼ਨ ਨਾਲ ਬੋਲਾਂ, ਥੋੜਾ ਇੱਥੇ ਡੀਪ ਲਿਖਦਾ ਮੈਂ। ਇੱਕ ਤਾਂ ਇਹ ਲਿਖਿਆ ਗਿਆ 35 ਸਰੰਗਾਂ ਵਿੱਚ, ਤੇ ਇੱਕ ਇਸ ਵਿੱਚ ਵਰਤਿਆ ਜਾਣ ਵਾਲਾ ਛੰਦ ਜਿਹੜਾ ਸੀ ਕਿਹੜਾ? ਥੋੜਾ ਆਪਾਂ ਅੱਗੇ ਲੈ ਲਈਏ ਇਸ ਨੂੰ ਨਾਲ। ਰਾਣਾ ਸੂਰਤ ਸਿੰਘ ਜੋ ਮਹਾਕਾਵਿ ਹੈ, ਇਸ ਚ ਅਸੀਂ ਇੱਕ ਤਾਂ ਜ਼ਿਕਰ ਇਹ ਪੜਿਆ ਕਿ ਇਹ 35 ਸਰੰਗਾਂ ਦੇ ਵਿੱਚ ਲਿਖਿਆ ਗਿਆ। ਉਸ ਤੋਂ ਬਾਅਦ ਮੈਂ ਲਿਖਿਆ ਇੱਕ ਚੀਜ਼, ਪ੍ਰਸ਼ਨ ਪੁੱਛਿਆ ਜਾਵੇ ਕਿਹੜੇ ਛੰਦ ਦੇ ਵਿੱਚ? ਇਹ ਸਿਰਖੰਡੀ ਛੰਦ ਵਿੱਚ ਵਰਤਿਆ ਗਿਆ। ਕਿਹੜੇ ਛੰਦ ਵਿੱਚ? ਸਿਰਖੰਡੀ। ਤੇ ਜੇ ਪ੍ਰਸ਼ਨ ਆ ਜੇ ਥੋੜਾ ਡੀਪ ਆਪਾਂ ਅੱਗੇ ਹੋਰ ਜਾਈਏ, ਸਿਰਖੰਡੀ ਕਿਹੜੇ ਛੰਦ ਦੇ ਪਾਰਟ ਨੇ? ਤਾਂ ਇੱਕ ਛੰਦ ਪੜ੍ਹਦੇ ਹਾਂ ਅਸੀਂ ਪੌੜੀ ਛੰਦ। ਪੌੜੀ ਛੰਦ ਆਪਣੇ ਅੱਗੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਤਾਂ ਹੁੰਦਾ ਸਿਰਖੰਡੀ ਤੇ ਦੂਜਾ ਹੁੰਦਾ ਕਿਹੜਾ ਜੀ? ਨਿਸ਼ਾਨੀ ਛੰਦ। ਠੀਕ ਹੈ। ਥੋੜਾ ਜਿਹਾ ਹੋਰ ਡੀਪ ਜਾਈਏ, ਆਪਾਂ ਇਸ ਨੂੰ ਕਵਰ ਕਰ ਹੀ ਆਈਏ, ਅੱਗੇ ਜਾ ਕੇ ਫਿਰ ਵਾਪਸ ਚੱਲਦੇ ਹਾਂ ਉਸ ਤੇ। ਤਾਂ ਸਿਰਖੰਡੀ ਅਤੇ ਨਿਸ਼ਾਨੀ ਦੋਵੇਂ ਨੰਬਰ 1 ਕਿਹੜੇ ਛੰਦ ਨੇ? ਇਹ ਮਾਤ੍ਰਿਕ ਛੰਦ ਨੇ। ਮਾਤ੍ਰਿਕ ਛੰਦ ਨੇ। ਇਹਨਾਂ ਵਿੱਚ ਤੁਕਾਂ ਦੀ ਗਿਣਤੀ ਲੈਂਦੀ ਹੈ 4 ਤੋਂ ਲੈ ਕੇ ਕਿੰਨੀਆਂ ਤੱਕ? 17 ਤੱਕ। ਪਹਿਚਾਨ ਸਿਰਫ ਇਹਨਾਂ ਦੀ ਕੀ ਚੀਜ਼ ਆ? ਪਹਿਚਾਨ ਦਾ ਇੱਕੋ ਹੀ ਰੂਪ ਆ ਕਿ ਸਿਰਖੰਡੀ ਵਿੱਚ ਤੁਕਾਂਤ ਮੇਲ। ਸਿਰਖੰਡੀ ਵਿੱਚ ਤੁਕਾਂਤ ਮੇਲ ਤੁਕ ਦੇ ਵਿਚਕਾਰ ਹੁੰਦਾ ਹੈ, ਤੇ ਨਿਸ਼ਾਨੀ ਵਿੱਚ ਤੁਕਾਂਤ ਮੇਲ ਤੁਕ ਦੇ ਅੰਤ ਤੇ ਹੁੰਦਾ। ਤੁਕ ਦੇ ਅੰਤ ਤੇ ਹੁੰਦਾ। ਕਲੀਅਰ ਹੋ ਗਈ ਜੀ ਗੱਲ। ਮੈਂ ਵਾਪਸ ਇੱਥੇ ਮੇਰੀ ਗੱਲ ਦਾ ਦੁਹਰਾਵ ਕਰਾਂ, ਥੋੜਾ ਜਿਹਾ ਮੈਂ ਡੀਪ ਲੈ ਗਿਆ ਇਸ ਚੀਜ਼ ਨੂੰ, ਕਿ ਰਾਣਾ ਸੂਰਤ ਸਿੰਘ ਜੋ ਮਹਾਕਾਵਿ ਲਿਖਿਆ ਗਿਆ, ਇਹ 35 ਸਰੰਗਾਂ ਦੇ ਵਿੱਚ ਲਿਖਿਆ ਗਿਆ, ਜਿਸ ਵਿੱਚ ਸਿਰਖੰਡੀ ਛੰਦ ਦੀ, ਹੁਣ ਯਾਦ ਕਰੋ ਜੋ ਪਹਿਲੀ ਰਚਨਾ ਨਨਾਣ ਭਰਜਾਈ ਆਈ ਉਸ ਦੇ ਵਿੱਚ ਬੈਂਤ ਛੰਦ ਦੀ ਵਰਤੋਂ ਹੋਈ। ਫਿਰ ਦੂਜਾ ਜਦੋਂ ਰਚਨਾ ਆਈ ਆਪਣੇ ਕੋਲ ਕਿਹੜੀ? ਰਾਣਾ ਸੂਰਤ ਸਿੰਘ, ਜਿਸ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਮਹਾਕਾਵਿ ਕਿਹਾ ਜਾਂਦਾ ਹੈ, ਉਹ 35 ਸਰੰਗਾਂ ਦੇ ਵਿੱਚ ਵੰਡਿਆ ਗਿਆ ਤੇ ਉਸ ਵਿੱਚ ਸਿਰਖੰਡੀ ਛੰਦ ਦਾ ਜ਼ਿਕਰ ਆਇਆ। ਹੁਣ ਅਸੀਂ ਛੰਦਾਬੰਦੀ ਵੈਸੇ ਪੜ੍ਹ ਲੈਂਦੇ ਆ, ਪਰ ਥੋੜਾ ਮੈਂ ਇਸ ਨੂੰ ਜ਼ਿਕਰ ਅੱਗੇ ਕਰਤਾ ਕਿ ਸਿਰਖੰਡੀ ਛੰਦ ਪੌੜੀ ਛੰਦ ਦਾ ਅੱਗੇ ਪਾਰਟ ਹੈ। ਪੌੜੀ ਦੇ ਅੱਗੇ ਦੋ ਪਾਰਟ ਹੁੰਦੇ ਆ, ਇੱਕ ਸਿਰਖੰਡੀ ਤੇ ਦੂਜਾ ਨਿਸ਼ਾਨੀ। ਇਹਨਾਂ ਦੀ ਪਹਿਚਾਨ ਕੀ ਆ? ਦੋਵੇਂ ਮਾਤ੍ਰਿਕ ਛੰਦ ਹੈ, ਤੁਕਾਂ 4 ਤੋਂ ਲੈ ਕੇ 17 ਤੱਕ ਮਿਲਦੀਆਂ, ਪਰ ਪਹਿਚਾਨ ਦਾ ਇੱਕੋ ਹੀ ਰੂਪ ਹੈ ਕਿ ਸਿਰਖੰਡੀ ਦੇ ਵਿੱਚ ਤਾਂ ਤੁਕਾਂਤ ਮੇਲ ਤੁਕ ਦੇ ਵਿਚਕਾਰ ਹੁੰਦਾ ਤੇ ਨਿਸ਼ਾਨੀ ਛੰਦ ਦੇ ਵਿੱਚ ਜਿਹੜਾ ਤੁਕਾਂਤ ਮੇਲ ਹੁੰਦਾ ਉਹ ਤੁਕ ਦੇ ਕਿੱਥੇ ਹੁੰਦਾ ਜੀ? ਅੰਤ ਵਿੱਚ ਹੁੰਦਾ। ਕਲੀਅਰ ਹੋ ਗਈ ਜੀ ਗੱਲ। ਉਮੀਦ ਹੈ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਰਿਹਾ ਹੋਊਗਾ। ਆਓ ਰਾਣਾ ਸੂਰਤ
ਸੂਰਜ ਸਿੰਘ ਬਾਰੇ ਇੱਕ ਦੋ ਫੈਕਟ ਆਪਾਂ ਹੋਰ ਵੇਖੀਏ ਕੀ ਚੀਜ਼, ਜਦੋਂ ਅਸੀਂ ਇਸ ਦੇ ਵਿਸ਼ਾ ਦੀ ਗੱਲ ਕਰਦੇ ਹਾਂ ਤਾਂ ਰਾਣੀ ਰਾਜ ਕੌਰ, ਪੂਰਾ ਤੁਸੀਂ ਜਦੋਂ ਪੜੋਗੇ ਨਾ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇਸ 'ਚ ਕਲੀਅਰ ਹੋ ਜਾਣਗੀਆਂ, ਪਰ ਕੁਝ ਟਾਈਟਲ ਵਿੱਚੋਂ ਮੈਂ ਇੱਕ ਦੋ ਪੁਆਇੰਟ ਜੋ ਵਿਸ਼ਾ ਅਸੀਂ ਪੜਿਆ ਉਸ ਵਿਸ਼ਾ ਦਾ ਜ਼ਿਕਰ ਆਪਾਂ ਇਸ ਵਿੱਚ ਕਰਦੇ ਹਾਂ। ਕੀ ਚੀਜ਼ ਕਿ ਇਸ ਵਿੱਚ ਜ਼ਿਕਰ ਪੜਾਂਗੇ ਰਾਣੀ ਰਾਜ ਕੌਰ ਦੀ ਪੀੜ ਨੂੰ ਵਿਸ਼ਾ ਇਸ ਦਾ ਕੀ ਆ, ਰਾਣੀ ਰਾਜ ਕੌਰ ਦੀ ਪੀੜ ਨੂੰ ਇਸ ਮਹਾਕਾਵਿ ਵਿੱਚ ਬਿਆਨ ਕੀਤਾ ਗਿਆ ਹੈ। ਕਿਉਂਕਿ ਬਹੁਤ ਵਾਰ ਅਸੀਂ ਟਾਈਟਲ ਛੱਡ ਦਿੰਨੇ ਆ ਜਾਂ ਅਸੀਂ ਮੇਨ ਦੇਖ ਲੈਂਦੇ ਆ, ਪਰ ਉਹਦਾ ਵਿਸ਼ਾ ਨਹੀਂ ਪੜ੍ਹਦੇ ਕਿ ਉਸ ਮਹਾਕਾਵਿ ਵਿੱਚ ਜ਼ਿਕਰ ਕਾਸਦਾ ਹੋਇਆ ਸੀ। ਤਾਂ ਜ਼ਿਕਰ ਕਾਹਦਾ ਹੋਇਆ ਸੀ, ਇਸ ਵਿੱਚ ਵਿਸ਼ਾ ਜੋ ਸੀ ਰਾਣੀ ਰਾਜ ਕੌਰ ਦੀ ਪੀੜ ਨੂੰ ਕੀ ਕੀਤਾ ਗਿਆ ਸੀ, ਇਸ ਵਿੱਚ ਬਿਆਨ ਕੀਤਾ ਗਿਆ ਸੀ। ਜੋ ਕੀ ਚੀਜ਼ ਹੁੰਦਾ ਨਾ, ਜਦੋਂ ਅਸੀਂ ਇਸ ਮਹਾਕਾਵਿ ਨੂੰ ਪੜ੍ਹਦੇ ਆ, ਉਹਨਾਂ ਦਾ ਇੱਕ ਪਤੀ ਹੁੰਦਾ ਹੈ, ਕੌਣ, ਜਿਹਦਾ ਨਾਮ ਪੜ੍ਹਦੇ ਆ ਰਾਣਾ ਸੂਰਤ ਸਿੰਘ। ਉਹ ਰਾਣਾ ਸੂਰਤ ਸਿੰਘ ਦੀ ਤੜਫ ਨੂੰ ਕਹਿ ਲੋ, ਵਿਛੋੜੇ ਨੂੰ ਬਿਆਨ ਕਰਦੀ ਹੈ। ਜੇ ਮੈਂ ਪੂਰਾ ਲਿਖਾਂ, ਬਿਆਨ ਕੀਤਾ ਗਿਆ ਜਿਸ ਵਿੱਚ, ਚਲੋ ਲਿਖ ਹੀ ਲੋ, ਜਿਸ ਵਿੱਚ ਆਪਣੇ ਪਤੀ ਰਾਣਾ ਸੂਰਤ ਸਿੰਘ ਦੇ ਵਿਛੋੜੇ ਦਾ ਜ਼ਿਕਰ ਕਰਦੀ ਆ। ਠੀਕ ਹੈ, ਮਤਲਬ ਰਾਣਾ ਸੂਰਜ, ਜਦੋਂ ਅਸੀਂ ਪੂਰਾ ਪੜ੍ਹਦੇ ਆ ਤਾਂ ਸਾਨੂੰ ਉੱਥੇ ਬਹੁਤ ਸਾਰੀ ਚੀਜ਼ ਮਿਲਦੀ ਆ ਕਿ ਰਾਣਾ ਸੂਰਜ ਸਿੰਘ ਦੀ ਮੌਤ ਮਗਰੋਂ ਜੋ ਵਿਛੋੜਾ ਹੁੰਦਾ, ਉਸ ਵਿਛੋੜੇ ਦਾ ਉਹ ਜ਼ਿਕਰ ਕਰਦੀ ਹੈ। ਕੌਣ, ਜਦੋਂ ਅਸੀਂ ਪੜ੍ਹਦੇ ਆ ਪੂਰੇ ਨੂੰ, ਰਾਣੀ ਰਾਜ ਕੌਰ। ਤਾਂ ਅਸੀਂ ਇਹ ਕਹਿ ਸਕਦੇ ਹਾਂ ਰਾਣਾ ਸੂਰਜ ਸਿੰਘ ਦਾ ਮਹਾਕਾਵਿ ਸਾਡੇ ਸਾਹਮਣੇ ਆਇਆ। ਉਸ ਤੋਂ ਬਾਅਦ ਇੱਕ ਚੀਜ਼ ਇਸ ਵਿੱਚ ਨਾ ਫੈਕਟ ਆਪਾਂ ਹੋਰ ਜੋੜ ਸਕਦੇ ਹਾਂ। ਕੀ ਚੀਜ਼, ਤੁਸੀਂ ਇਸੇ 'ਚ ਹੀ ਲਿਖਿਓ, ਮਹਾਕਾਵਿ ਜੋ ਅਸੀਂ ਪੜ੍ਹ ਰਹੇ ਹਾਂ ਐਸੇ ਵਿੱਚ ਹੀ ਲਿਖਿਓ, ਭਾਈ ਸਾਹਿਬ ਨੇ, ਭਾਈ ਸਾਹਿਬ ਮਤਲਬ ਭਾਈ ਵੀਰ ਸਿੰਘ ਜੀ ਨੇ, ਭਾਈ ਸਾਹਿਬ ਨੇ ਗੁਰਬਾਣੀ ਨਾਲ ਜੋੜ ਕੇ ਰਾਣੀ ਰਾਜ ਕੌਰ ਦੀ ਪੀੜ ਨੂੰ ਬਿਆਨ ਕੀਤਾ। ਗੁਰਬਾਣੀ ਨਾਲ ਜੋੜ ਕੇ ਰਾਣੀ ਰਾਜ ਕੌਰ ਦੀ ਪੀੜ ਨੂੰ ਕੀ ਕੀਤਾ, ਬਿਆਨ ਕੀਤਾ। ਕਲੀਅਰ ਹੋ ਗਿਆ ਜੀ। ਤਾਂ ਇੱਥੇ ਜਾ ਕੇ ਸਾਡਾ ਰਾਣਾ ਸੂਰਜ ਸਿੰਘ ਜੋ ਮਹਾਕਾਵਿ ਹੈ ਉਸ ਦਾ ਟਾਈਟਲ ਤੇ ਉਸ ਦਾ ਵਿਸਤਾਰ ਰੂਪ ਵਿੱਚ ਸਾਡੀ ਗੱਲ ਕਲੀਅਰ ਹੋ ਚੁੱਕੀ ਹੈ। ਠੀਕ ਹੈ ਜੀ। ਆਓ ਅਗਲੀ ਰਚਨਾ ਤੇ ਜ਼ਿਕਰ ਕਰੀਏ ਤਾਂ ਭਾਈ ਵੀਰ ਸਿੰਘ ਦੀ ਤੀਜੀ ਰਚਨਾ ਜੋ ਸੀ ਉਹ ਸੀ ਦਿਲ ਤਰੰਗ। ਤੇ ਦਿਲ ਤਰੰਗ ਬਾਰੇ ਕਿਹਾ ਜਾਂਦਾ ਹੈ ਇਹ ਇਹਨਾਂ ਦਾ, ਦਿਲ ਤਰੰਗ ਇਹਨਾਂ ਦਾ ਛੋਟੀਆਂ ਕਵਿਤਾਵਾਂ ਦਾ ਪਹਿਲਾ ਕਾਵਿ ਸੰਗ੍ਰਹਿ ਸੀ। ਠੀਕ ਹੈ ਜੀ, ਇਹ ਯਾਦ ਰੱਖਿਓ, ਜੋ ਦਿਲ ਤਰੰਗ ਭਾਈ ਵੀਰ ਸਿੰਘ ਜੀ ਦੀ ਰਚਨਾ ਆਈ ਅਗਲੀ ਜੋ 1920 ਦੇ ਵਿੱਚ ਪ੍ਰਕਾਸ਼ਿਤ ਹੋਈ, ਇਹ ਇਹਨਾਂ ਦਾ ਛੋਟੀਆਂ ਕਵਿਤਾਵਾਂ ਦਾ ਕੀ ਸੀ, ਪਹਿਲਾ ਕਾਵਿ ਸੰਗ੍ਰਹਿ ਸੀ, ਜਿਸ ਦੇ ਬਾਰੇ ਅਸੀਂ ਜ਼ਿਕਰ ਕਰਦੇ ਹਾਂ। ਉਸ ਤੋਂ ਬਾਅਦ 4 ਨੰਬਰ ਤੇ ਇਹਨਾਂ ਦਾ ਜ਼ਿਕਰ ਆਇਆ 1921 ਦੇ ਵਿੱਚ। ਇਹਨਾਂ ਦੀ ਅਗਲੀ ਰਚਨਾ ਆਈ ਕਿਹੜੀ, ਲਹਿਰਾਂ ਦੇ ਹਾਰ। ਲਹਿਰਾਂ ਦੇ ਹਾਰ ਵਿੱਚ ਅਸੀਂ ਕੀ ਚੀਜ਼ ਪੜ੍ਹ ਰਹੇ ਹਾਂ, ਇਹ ਭਾਈ ਸਾਹਿਬ ਦਾ ਕੀ ਸੀ,
ਲੰਮੀਆਂ ਕਵਿਤਾਵਾਂ ਦਾ ਇੱਕ ਕਾਵ ਸੰਗ੍ਰਹਿ ਸੀ। ਇਹ ਭਾਈ ਸਾਹਿਬ ਦਾ ਲੰਮੀਆਂ ਕਵਿਤਾਵਾਂ ਦਾ ਕੀ ਸੀ? ਇੱਕ ਕਾਵ ਸੰਗ੍ਰਹਿ ਸੀ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ। ਹੁਣ ਨਾ ਪੇਪਰ ਦੇ ਵਿੱਚ ਪ੍ਰਸ਼ਨ ਕੀ ਚੀਜ਼ ਬਣਦੇ ਆ, ਅਸੀਂ ਇਸ ਦੇ ਅਕੋਰਡਿੰਗ ਮੇਨ ਅਸੀਂ ਸਾਡੀਆਂ ਪਾਠ ਪੁਸਤਕ ਨੂੰ ਆਧਾਰ ਰੱਖਣਾ ਹੈ, ਉਹਨਾਂ ਦੇ ਅਕੋਰਡਿੰਗ ਪ੍ਰਸ਼ਨ ਪੁੱਛਦਾ ਬਿਲਕੁਲ ਉਹ ਕਿ ਜੋ ਲਹਿਰਾਂ ਦੇ ਹਾਰ ਹੈ ਇਹਦੇ ਅੱਗੇ ਕੁਝ ਆਪਦੇ ਅੰਗ ਨੇ, ਕੁਝ ਪਾਰਟ ਨੇ। ਲਹਿਰਾਂ ਦੇ ਹਾਰ ਜੋ ਇਹਨਾਂ ਦੀ ਰਚਨਾ ਹੈ ਉਹ ਵੀ ਅੱਗੇ ਆਪਣੇ ਪਾਰਟਾਂ ਦੇ ਵਿੱਚ ਵੰਡੀ ਗਈ। ਪਾਠ ਅਸੀਂ ਹੁਣ ਵੈਸੇ ਤਾਂ ਰੂਪ ਕਈ ਆ, ਪਰ ਅਸੀਂ ਮੇਨ ਆਧਾਰ ਕੀ ਰੱਖ ਰਹੇ ਹਾਂ ਕਿ ਜੋ ਸਾਡੀਆਂ ਬੋਰਡ ਦੀਆਂ ਆਥੈਂਟਿਕ ਬੁੱਕਸ ਨੇ ਉਹਨਾਂ ਬੁੱਕਸ ਦੇ ਵਿੱਚ ਮਤਲਬ 9 ਤੋਂ ਲੈ ਕੇ ਆਪਾਂ ਜ਼ਿਕਰ ਕਰੀਏ BA ਤੱਕ ਦੀਆਂ ਬੁੱਕਸ, ਉਹਨਾਂ ਦੇ ਵਿੱਚ ਪਾਠ ਪੁਸਤਕ ਵਿੱਚ ਇਹਨਾਂ ਤੋਂ ਸੰਬੰਧਿਤ ਕਿਹੜੀਆਂ-ਕਿਹੜੀਆਂ ਰਚਨਾਵਾਂ ਮਿਲਦੀਆਂ। ਤਾਂ ਪਾਠ ਪੁਸਤਕ ਵਿੱਚ ਲਹਿਰਾਂ ਦੇ ਹਾਰ ਤੋਂ ਸੰਬੰਧਿਤ ਜੋ ਰਚਨਾਵਾਂ ਮਿਲਦੀਆਂ, ਜਿਵੇਂ ਨੰਬਰ 1 ਮਿਲੀ ਸਾਨੂੰ ਇਲਮ ਤੇ ਅਮਲ। ਹੁਣ ਜੇ ਜਬ ਆਪਾਂ ਜ਼ਿਕਰ ਕਰੀਏ ਇਲਮ ਤੇ ਅਮਲ ਦਾ, ਇਸ ਵਿੱਚ ਕੀ ਹੋਇਆ ਸੀ? ਟਾਈਟਲ ਕੀ ਸੀ ਇਸ ਵਿੱਚ? ਇਹਦੇ ਵਿੱਚ ਰੱਬੀ ਗਿਆਨ ਦਾ ਜ਼ਿਕਰ ਹੋਇਆ ਸੀ। ਥੋੜਾ ਡੀਪ ਜਾ ਰਹੇ ਹਾਂ ਆਪਾਂ, ਧਿਆਨ ਰੱਖਿਓ। ਰੱਬੀ ਗਿਆਨ ਦਾ ਜ਼ਿਕਰ ਕੀਤਾ ਗਿਆ ਸੀ। ਕਾਦੇ ਵਿੱਚ? ਜੋ ਰਚਨਾ ਹੈ ਜੀ ਇਲਮ ਤੇ ਅਮਲ। ਦੂਜੀ ਰਚਨਾ ਆਈ ਸਾਡੇ ਕੋਲ ਕਿਹੜੀ? ਕੈਲੋ ਦੇ ਗਲ ਲੱਗੀ ਵੇਲ। ਇਹਦਾ ਜਿਹੜਾ ਟਾਈਟਲ ਸੀ ਸਮਾਜ ਵਿੱਚ ਵਿਛੋੜਾ ਪੈਦਾ ਕਰਨ ਵਾਲਿਆਂ ਤੇ ਇਸ ਵਿੱਚ ਕੀ ਕੀਤਾ ਗਿਆ ਸੀ? ਵਿਅੰਗ ਕੀਤਾ ਗਿਆ ਸੀ। ਠੀਕ ਹੈ, ਇਹਦੇ ਵਿੱਚ ਸਿੱਧਾ ਸਿੰਪਲ ਆਪਾਂ ਕਹਿ ਸਕਦੇ ਹਾਂ ਸਮਾਜ ਵਿੱਚ ਵਿਛੋੜਾ ਪੈਦਾ ਕਰਨ ਵਾਲਿਆਂ ਤੇ ਕੀ ਕੀਤਾ ਗਿਆ ਸੀ? ਵਿਅੰਗ ਕੀਤਾ ਗਿਆ ਸੀ। ਠੀਕ ਹੈ ਜੀ, ਸਮਾਜ ਵਿੱਚ ਜੋ ਵਿਛੋੜਾ ਪੈਦਾ ਕਰਦੇ ਆ ਉਹਨਾਂ ਤੇ ਵਿਅੰਗ। ਹੁਣ ਤੁਹਾਨੂੰ ਚੀਜ਼ ਕਲੀਅਰ ਹੋ ਗਈ ਨਾ ਅਸੀਂ ਕੀ ਚੀਜ਼ ਪੜ੍ਹ ਰਹੇ ਹਾਂ ਕਿ ਲਹਿਰਾਂ ਦੇ ਹਾਰ ਦੇ ਆਪਦੇ ਅੱਗੇ ਪਾਰਟ ਹੈ। ਪੇਪਰ 'ਚ ਪ੍ਰਸ਼ਨ ਪੁੱਛਿਆ ਜਾ ਸਕਦਾ ਸਿੱਧਾ ਕਿ ਇਲਮ ਤੇ ਅਮਲ ਰਚਨਾ ਦਾ ਸੰਬੰਧ ਕਿਹੜੀ ਰਚਨਾ ਤੋਂ ਹੈ, ਜਾਂ ਭਾਈ ਵੀਰ ਸਿੰਘ ਜੀ ਦੀ ਕਿਹੜੀ ਰਚਨਾ ਤੋਂ ਹੈ? ਉਹ ਰਾਣਾ ਸੂਰਤ ਸਿੰਘ ਮਹਾਕਾਵ ਦੇ ਦੇਗਾ, ਉਹ ਮੇਰੇ ਸਾਈਆਂ ਜੂ ਦੇ ਦੇਗਾ, ਉਹ ਦਿਲ ਤਰੰਗ ਦੇ ਦੇਗਾ, ਜਾਂ ਆਪਾਂ ਅੱਗੇ ਕੁਛ ਹੋਰ ਜ਼ਿਕਰ ਪੜਾਂਗੇ ਤਾਂ ਉਹਨਾਂ ਤੋਂ ਪੁੱਛਿਆ ਜਾਂਦਾ ਕੰਬ ਦੀ ਕਲਾਈ ਕਹਿ ਲਓ, ਮੰਨ ਲਓ, ਤਾਂ ਇਹਨਾਂ ਤੋਂ ਪੁੱਛ ਲੇਗਾ ਇਹਨਾਂ ਵਿੱਚੋਂ ਕਿਹਦੇ ਨਾਲ ਸੰਬੰਧਿਤ ਹਨ। ਇਹ ਚੀਜ਼ਾਂ ਅਸੀਂ ਯਾਦ ਰੱਖਣੀਆਂ। ਤਾਂ ਇਲਮ ਤੇ ਅਮਲ ਦਾ ਵਿਸ਼ਾ ਕੀ ਹੈ? ਰੱਬੀ ਗਿਆਨ ਦਾ ਜ਼ਿਕਰ ਹੋਇਆ। ਅਸੀਂ ਸਿਰਫ ਟਾਈਟਲ ਦੇ ਇਹਨਾਂ ਦੇ ਵਿਸ਼ਾ ਮੇਨ ਪੁਆਇੰਟ ਫੈਕਟ ਯਾਦ ਰੱਖਣੇ ਆ। ਉਸ ਤੋਂ ਬਾਅਦ ਕੈਲੋ ਦੇ ਗਲ ਲੱਗੀ ਵੇਲ ਦੇ ਵਿੱਚ ਸਮਾਜ ਵਿੱਚ ਵਿਛੋੜਾ ਪੈਦਾ ਕਰਨ ਵਾਲਿਆਂ ਤੇ ਇਸ ਵਿੱਚ ਕੀ ਕੱਸਿਆ ਗਿਆ? ਇੱਕ ਵਿਅੰਗ ਕੱਸਿਆ ਗਿਆ। ਉਸ ਤੋਂ ਬਾਅਦ ਤੀਜਾ ਫੈਕਟ ਆਇਆ, ਤੀਜੀ ਰਚਨਾ ਆਈ ਸਾਡੇ ਕੋਲ ਕੀ? ਗੋਦਾਵਰੀ ਦਾ ਗੀਤ, ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੋਦਾਵਰੀ ਨਦੀ ਵਿੱਚ ਪੈਰ ਪਾਉਣ ਦਾ ਜ਼ਿਕਰ ਹੋਇਆ। ਮਤਲਬ ਸਿੱਧਾ ਕਹਿ ਸਕਦੇ ਹਾਂ ਗੋਦਾਵਰੀ ਦੇ ਗੀਤ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੋਦਾਵਰੀ ਨਦੀ ਵਿੱਚ ਪੈਰ ਪਾਉਣ ਦਾ ਜ਼ਿਕਰ। ਹੁਣ ਨਾ ਇਸ ਪੈਰ ਪਾਉਣ ਦੇ ਜ਼ਿਕਰ ਤੋਂ ਮਤਲਬ ਕਿ ਗੁਰੂ ਸਾਹਿਬ ਦਾ ਗੋਦਾਵਰੀ ਨਦੀ ਦਾ ਜੋ ਇਤਿਹਾਸ ਹੈ ਉਹਦਾ ਜ਼ਿਕਰ ਜਿਹੜਾ ਆਇਆ ਉਹ ਇਸ ਰਚਨਾ ਵਿੱਚ ਲਹਿਰਾਂ ਦੇ ਹਾਰ ਦਾ ਇੱਕ ਪਾਰਟ ਹੈ। ਕੌਣ? ਜਿਹਨੂੰ ਅਸੀਂ ਪੜ੍ਹਦੇ ਹਾਂ ਗੋਦਾਵਰੀ ਦਾ ਗੀਤ, ਉਸ ਵਿੱਚ ਜ਼ਿਕਰ ਕੀਤਾ ਗਿਆ। ਸੋ ਆਓ ਇੱਕ ਵਾਰ ਥੋੜਾ ਜਿਹਾ ਇਸ ਨੂੰ ਯਾਦ ਕਰੋ, ਫਿਰ ਆਪਾਂ ਅੱਗੇ ਵਧਦੇ ਹਾਂ ਕਿ ਲਹਿਰਾਂ ਦੇ ਹਾਰ ਜੋ ਰਚਨਾ ਆਈ 1921 ਵਿੱਚ, ਉਹ ਭਾਈ ਸਾਹਿਬ ਦਾ ਲੰਮੀਆਂ ਕਵਿਤਾਵਾਂ ਦਾ ਇੱਕ ਕਾਵ ਸੰਗ੍ਰਹਿ ਸੀ, ਜਿਸ ਵਿੱਚ ਉਹਨਾਂ ਨੇ ਕੀ ਕੀਤਾ ਕਿ ਪਾਠ ਪੁਸਤਕ ਵਿੱਚੋਂ ਕੁਝ ਮੈਂ ਇਸ ਵਿੱਚੋਂ ਅੰਸ਼ ਲਏ। ਸਾਡੀਆਂ 12th ਲੈ ਲਓ, BA ਦੀਆਂ ਬੁੱਕਸ ਚੋਂ ਅਸੀਂ ਪਾਠ ਪੁਸਤਕ ਤੋਂ ਸੰਬੰਧਿਤ ਸਾਡੇ ਪ੍ਰਸ਼ਨ ਆ ਸਕਦੇ ਆ। ਤਾਂ ਕਿਹੜੀ ਰਚਨਾ? ਇਲਮ ਤੇ ਅਮਲ, ਜਿਸ ਵਿੱਚ ਰੱਬੀ ਗਿਆਨ ਦਾ ਜ਼ਿਕਰ ਹੋ ਰਿਹਾ ਹੈ। ਕੈਲੋ ਦੇ ਗਲ ਲੱਗੀ ਵੇਲ ਵਿੱਚ ਸਮਾਜ ਵਿੱਚ ਜੋ ਵਿਛੋੜਾ ਪੈਦਾ ਕਰਨ ਵਾਲੇ ਲੋਕ ਨੇ ਉਹਨਾਂ ਤੇ ਵਿਅੰਗ ਕੱਸਿਆ ਜਾ ਰਿਹਾ ਹੈ। ਪਲੱਸ ਗੋਦਾਵਰੀ ਦਾ ਜੋ ਗੀਤ ਹੈ ਇਸ ਵਿੱਚ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੋਦਾਵਰੀ ਨਦੀ ਦੇ ਨਾਲ ਸੰਬੰਧ ਦੱਸਿਆ ਗਿਆ। ਉਸ ਤੋਂ ਬਾਅਦ ਆਓ ਆਪਾਂ ਅੱਗੇ ਜ਼ਿਕਰ ਕਰੀਏ ਤਾਂ ਉਹਨਾਂ ਦੀ ਅਗਲੀ ਰਚਨਾ ਐਸੇ ਤੋਂ ਸੰਬੰਧਤ, ਕਿਹੜੇ ਤੋਂ ਸੰਬੰਧ? ਦੇਖੋ ਹੁਣ ਅਗਲੀ ਰਚਨਾ ਸਾਡੇ ਕੋਲ ਆਈ ਕੀ ਚੀਜ਼? ਮਟਕ ਹੁਲਾਰੇ। ਹੁਣ ਇੱਕ ਚੀਜ਼ ਦੇਖੋ,
ਪਿੱਛੇ ਜੋ ਅਸੀਂ ਪੜ੍ਹ ਰਹੇ ਹਾਂ ਰਚਨਾ ਮਟਕ ਹੁਲਾਰੇ ਕੀ ਚੀਜ਼, ਇਹ ਭਾਈ ਵੀਰ ਸਿੰਘ ਜੀ ਦੀ ਹੁਣ ਚੌਥੀ ਰਚਨਾ ਹੈ। ਇਹ ਰਚਨਾ ਆ ਚੌਥੀ ਨਹੀਂ, ਅਸੀਂ ਇੱਥੇ ਪੜ੍ਹ ਗਏ ਲਹਿਰਾਂ ਦੇ ਹਾਰ ਸਾਡੀ ਕਲੀਅਰ ਹੋ ਗਈ ਚੌਥੀ ਰਚਨਾ। ਪੰਜਵੀਂ ਰਚਨਾ ਸਾਡੇ ਕੋਲ ਹੁਣ ਆਈ ਜੀ ਮਟਕ ਹੁਲਾਰੇ। ਤੇ ਮਟਕ ਹੁਲਾਰੇ ਦਾ ਜ਼ਿਕਰ ਜਦੋਂ ਵੀ ਅਸੀਂ ਪੜ੍ਹਦੇ ਹਾਂ ਤਾਂ ਇਸ ਵਿੱਚ ਕੀ ਚੀਜ਼, ਨੰਬਰ 1 ਇਹਦਾ ਟਾਈਟਲ ਕੀ ਸੀ, ਇਸ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਜ਼ਿਕਰ ਕੀਤਾ ਗਿਆ। ਕਸ਼ਮੀਰ ਦੀ ਸੁੰਦਰਤਾ ਦਾ ਜ਼ਿਕਰ ਕੀਤਾ ਗਿਆ। ਕਿਹੜੀ ਰਚਨਾ ਵਿੱਚ, ਜੋ ਭਾਈ ਵੀਰ ਸਿੰਘ ਜੀ ਦੀ ਰਚਨਾ ਆਈ ਅਗਲੀ ਕਿਹੜੀ, ਮਟਕ ਹੁਲਾਰੇ, ਜੋ 1922 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ। ਇਸ ਵਿੱਚ ਉਹਨਾਂ ਨੇ ਕਸ਼ਮੀਰ ਦੀ ਸੁੰਦਰਤਾ ਦਾ, ਕਸ਼ਮੀਰ ਦੇ ਝਰਨਿਆਂ ਦਾ, ਜਦੋਂ ਅਸੀਂ ਪੂਰਾ ਡੀਪ ਪੜ੍ਹਦੇ ਹਾਂ ਸਾਨੂੰ ਕਾਫੀ ਕੁਝ ਵੇਖਣ ਨੂੰ ਮਿਲਦਾ ਹੈ, ਕਸ਼ਮੀਰ ਦੀ ਸੁੰਦਰਤਾ ਦਾ ਜ਼ਿਕਰ ਕੀਤਾ। ਜਿਸ ਵਿੱਚ ਅਸੀਂ ਇੱਕ ਦੋ ਫੈਕਟ ਅਸੀਂ ਹੋਰ ਪੜ੍ਹੀਏ ਤਾਂ ਇਸ 'ਚ ਕੀ ਚੀਜ਼ ਕਿ ਇਸ ਸੰਗ੍ਰਹਿ ਦੇ ਵਿੱਚੋਂ, ਠੀਕ ਹੈ, ਭਾਈ ਵੀਰ ਸਿੰਘ ਦੀਆਂ 3 ਇਸ ਨੂੰ ਛੋਟੀਆਂ ਕਵਿਤਾਵਾਂ ਦੇ ਭਾਗਾਂ ਵਿੱਚ ਵੰਡਿਆ ਗਿਆ ਤੇ 4 ਵੱਡੀਆਂ ਕਵਿਤਾਵਾਂ ਦੇ ਭਾਗਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਨੂੰ ਅੱਗੇ ਮੈਂ ਲਿਆ। ਹੁਣ ਇਹ ਕੀ ਚੀਜ਼, ਇਹ ਸਭ ਉਹ ਪਾਰਟ ਨੇ ਸਿਰਫ ਜੋ ਪਹਿਲਾਂ ਮਟਕ ਹੁਲਾਰੇ ਤੋਂ ਸੰਬੰਧਿਤ ਹਨ। ਫਿਰ ਇਸ ਤੋਂ ਬਾਅਦ ਆਪਾਂ ਪਾਠ ਪੁਸਤਕ ਵਾਲਿਆਂ ਨੂੰ ਵੀ ਨਾਲ ਹੀ ਰੱਖਾਂਗੇ। ਇੱਕ ਵਾਰ ਅਸੀਂ ਇਹ ਪੜ੍ਹ ਰਹੇ ਹਾਂ ਮਟਕ ਹੁਲਾਰੇ ਦੀਆਂ ਕੀ ਚੀਜ਼ ਹੋਈਆਂ, ਇਸੇ ਪਾਠ ਦੀਆਂ 3 ਛੋਟੀਆਂ ਕਵਿਤਾਵਾਂ ਆਈਆਂ, ਜਾਂ ਅਸੀਂ ਇਹ ਕਹੀਏ ਕਿ ਇਹ ਸੰਗ੍ਰਹਿ ਦੀਆਂ ਛੋਟੀਆਂ ਕਵਿਤਾਵਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਜਿੱਥੇ ਪਹਿਲਾ ਪਾਰਟ ਆਇਆ ਰੰਗ ਰੂਛੂ, ਦੂਸਰਾ ਪਾਰਟ ਆਇਆ ਪੱਥਰ ਕੰਬਣੀਆਂ, ਤੀਸਰਾ ਆਇਆ ਕੀ ਚੀਜ਼, ਕਸ਼ਮੀਰ ਦੇ ਨਜ਼ਾਰੇ ਜਾਂ ਕਸ਼ਮੀਰ ਨਜ਼ਾਰੇ ਅਸੀਂ ਪੜ੍ਹਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਕੀ ਚੀਜ਼, ਇਹਨਾਂ ਦੀਆਂ ਲੰਮੀਆਂ ਕਵਿਤਾਵਾਂ ਦਾ, ਤਾਂ ਲੰਮੀਆਂ ਕਵਿਤਾਵਾਂ ਦੇ ਵਿੱਚ ਇੱਕ ਤਾਂ ਲਿੱਲੀ, ਇੱਕ ਨਿਸ਼ਾਤ ਬਾਗ, ਇੱਕ ਨੂਰ ਜਹਾਂ, ਇੱਕ ਫਰਾਹ ਮੁਰਾਜ ਦੀ ਵਿਲਕਣੀ ਅਸੀਂ ਇਹ ਵੀ ਪੜ੍ਹਦੇ ਹਾਂ। ਇਹ ਇਹਨਾਂ ਦੀਆਂ 4 ਰਚਨਾਵਾਂ ਕਿਹੜੀਆਂ ਸੀ, ਇਹ ਲੰਮੀਆਂ ਕਵਿਤਾਵਾਂ ਦਾ। ਹੁਣ ਪੇਪਰ 'ਚ ਪ੍ਰਸ਼ਨ ਕੀ ਬਣ ਸਕਦਾ ਹੈ ਕਿ ਭਾਈ ਵੀਰ ਸਿੰਘ ਜੀ ਦੀ ਰਚਨਾ ਜੋ ਮਟਕ ਹੁਲਾਰੇ ਆ, ਮਟਕ ਹੁਲਾਰੇ ਨੂੰ ਕਿੰਨੀਆਂ ਛੋਟੀਆਂ ਕਵਿਤਾਵਾਂ ਦੇ ਅੰਗਾਂ ਵਿੱਚ ਵੰਡਿਆ ਗਿਆ, ਤੇ 3 ਛੋਟੀਆਂ ਕਵਿਤਾਵਾਂ ਦੇ। ਤੇ ਜੇ ਪ੍ਰਸ਼ਨ ਆਵੇ ਮਟਕ ਹੁਲਾਰੇ ਨੂੰ ਕਿੰਨੀਆਂ ਵੱਡੀਆਂ ਲੰਮੀਆਂ ਕਵਿਤਾਵਾਂ ਦੇ ਰੂਪ ਵਿੱਚ ਵੰਡਿਆ ਗਿਆ, ਤਾਂ 4 ਲੰਮੀਆਂ ਕਵਿਤਾਵਾਂ ਦੇ ਰੂਪ ਵਿੱਚ ਵੰਡਿਆ ਗਿਆ। ਜਿੱਥੇ ਅਸੀਂ ਪੜ੍ਹਦੇ ਹਾਂ, ਜੇ ਤਾਂ ਜ਼ਿਕਰ ਆਵੇ ਸਾਡੇ ਕੋਲ ਕਿਹੜਾ, ਛੋਟੀਆਂ ਕਵਿਤਾਵਾਂ ਦਾ, ਫਿਰ ਅਸੀਂ ਪੜ੍ਹਦੇ ਹਾਂ ਰੰਗ ਰੂ ਰੂ, ਪੱਥਰ ਕੰਬਣੀਆਂ ਤੇ ਕਸ਼ਮੀਰ ਦੇ ਨਜ਼ਾਰੇ। ਜੇ ਸਾਡੇ ਕੋਲ ਜ਼ਿਕਰ ਆ ਰਿਹਾ ਕਾਹਦਾ, ਵੱਡੀਆਂ ਲੰਮੀਆਂ ਕਵਿਤਾਵਾਂ ਦਾ, ਫਿਰ ਅਸੀਂ ਕਹੀਏ ਲਿੱਲੀ, ਨਿਸ਼ਾਤ ਬਾਗ, ਨੂਰ ਜਹਾਂ ਤੇ ਉਸ ਤੋਂ ਬਾਅਦ ਫਰਾਹ ਮੁਰਾਜ ਦੀ ਵਿਲਕਣੀ। ਉਸ ਤੋਂ ਬਾਅਦ ਆਪਾਂ ਜ਼ਿਕਰ ਕਰੀਏ, ਆਓ ਅੱਗੇ ਵਧਦੇ ਹਾਂ। ਸਾਡੇ ਸਿਲੇਬਸ ਦੇ ਅਕੋਰਡਿੰਗ ਸਾਡੀਆਂ ਜੋ ਪਾਠ ਪੁਸਤਕਾਂ ਹਨ ਉਹਨਾਂ ਦੇ ਵਿੱਚ ਮਟਕ ਹੁਲਾਰੇ ਜੋ ਰਚਨਾ ਹੈ ਉਸ ਤੋਂ ਸੰਬੰਧਿਤ ਉਹਨਾਂ ਦੇ ਅੱਗੇ ਕਿਹੜੇ-ਕਿਹੜੇ ਪਾਰਟ, ਕਿਹੜੀਆਂ-ਕਿਹੜੀਆਂ ਕਾਵ ਰਚਨਾਵਾਂ, ਇਹ ਤੁਸੀਂ ਜ਼ਰੂਰ ਯਾਦ ਕਰਿਓ। ਇਹਦੇ ਸਕਰੀਨਸ਼ਾਟ ਲੈ ਲਿਓ ਚਾਹੇ ਅਲੱਗ ਤੋਂ, ਇਹ ਚੀਜ਼ਾਂ ਯਾਦ ਕਰਨੀਆਂ ਜ਼ਰੂਰੀ ਹਨ ਕਿਉਂਕਿ ਇਹਨਾਂ ਦਾ ਵਿਸ਼ਾ ਵੀ ਪੁੱਛਿਆ ਜਾ ਸਕਦਾ ਹੈ। ਵੈਸੇ ਵਿਸ਼ਾ ਤੋਂ ਜ਼ਰੂਰੀ ਮੇਨ ਚੀਜ਼ ਕੀ ਆ, ਪ੍ਰਸ਼ਨ ਆਈ ਹੁੰਦਾ ਕਿ ਮਟਕ ਹੁਲਾਰੇ ਦੀ ਕਿਹੜੀ ਰਚਨਾ ਦਾ ਸੰਬੰਧ ਮਟਕ ਹੁਲਾਰੇ ਨਾਲ, ਮਤਲਬ ਪੁੱਛ ਲਿਆ ਕਿ ਕੋਈ ਰਚਨਾ ਦੇ ਕੇ, ਜਿਵੇਂ ਇਹ 'ਚ ਨੰਬਰ 1 ਪਾਠ ਪੁਸਤਕ ਵਿੱਚ ਮਟਕ ਹੁਲਾਰੇ ਦੇ ਕਿਹੜੇ-ਕਿਹੜੇ ਸਾਨੂੰ ਅੰਗ ਦੇਖਣ ਨੂੰ ਮਿਲਦੇ ਆ। ਨੰਬਰ 1 ਪਿੰਜਰੇ ਪਿਆ ਪੰਛੀ, ਜਿਸ ਵਿੱਚ ਕੀ ਚੀਜ਼ ਹੈ, ਸਿੰਪਲ ਕਹਿ ਸਕਦੇ ਹਾਂ ਅਸੀਂ ਇਹਦਾ ਵਿਸ਼ਾ ਕੀ ਆ, ਪਿੰਜਰੇ ਵਿੱਚ ਬੰਦ ਪੰਛੀ ਦਾ ਜ਼ਿਕਰ ਕੀਤਾ ਗਿਆ, ਜਾਂ ਪਿੰਜਰੇ ਵਿੱਚ ਬੰਦ ਜਾਂ ਕੈਦ ਕਹਿ ਲੋ, ਕੈਦ ਪੰਛੀ ਦਾ ਜ਼ਿਕਰ ਕਹਿ ਲੋ, ਬਿਆਨ ਕਹਿ ਲੋ। ਅਸੀਂ ਬਸ ਟਾਈਟਲ ਤੇ ਨਾਲ ਥੋੜਾ ਜਿਹਾ ਬਸ ਯਾਦ ਰੱਖਣਾ ਕਿ ਕੀ ਚੀਜ਼ ਵਿਵਰਣ ਪੜ੍ਹਦੇ ਆ। ਤਾਂ ਪਿੰਜਰੇ ਵਿੱਚ ਕੈਦ ਪੰਛੀ ਦਾ ਜੋ ਜ਼ਿਕਰ ਹੈ, ਬਿਆਨ ਹੈ, ਜਾਂ ਤੁਸੀਂ ਇਸ ਨੂੰ ਜ਼ਿਕਰ ਤੇ ਜਾਂ ਉਹਦਾ ਇਹ ਕਹਿ ਸਕਦੇ ਹੋ ਬਿਆਨ ਕਹਿ ਲੋ, ਜਾਂ ਉਸ ਦਾ ਇਹ ਕਹਿ ਸਕਦੇ ਹੋ ਜੋ ਉਸ ਦਾ ਦਰਦ ਹੈ, ਉਸ ਦੇ ਦਰਦ ਨੂੰ ਕੀ ਕੀਤਾ ਗਿਆ, ਬਿਆਨ ਕੀਤਾ ਗਿਆ। ਜੋ ਪਿੰਜਰੇ ਵਿੱਚ ਕੈਦ ਪੰਛੀ ਹੈ ਉਹਦੇ ਦਰਦ ਨੂੰ ਕੀ ਕੀਤਾ ਗਿਆ, ਬਿਆਨ ਕੀਤਾ ਗਿਆ। ਆਓ ਅੱਗੇ ਚੱਲਦੇ ਹਾਂ। ਨੰਬਰ 2 ਸਾਡੇ ਕੋਲ ਆਇਆ ਕਾਵ ਰੰਗ ਸੁੰਦਰਤਾ, ਜਿਸ ਵਿੱਚ ਕੀ ਚੀਜ਼ ਹੈ, ਸੁੰਦਰਤਾ ਦੀ ਪ੍ਰਤੀਤੀ, ਜਿਸ ਦੇ ਆਵੇਸ਼ ਵਿੱਚ ਕਵੀ
ਆਪ ਆਪਣੇ ਆਪ ਨੂੰ ਰੱਖਦਾ ਹੈ। ਮਤਲਬ ਸਿੰਪਲ ਭਾਸ਼ਾ 'ਚ ਤੁਸੀਂ ਇਹ ਕਹਿ ਸਕਦੇ ਹੋ, ਇਸ ਵਿੱਚ ਸੁੰਦਰਤਾ ਦੀ ਪ੍ਰਤੀਤੀ ਬਾਰੇ ਜ਼ਿਕਰ ਕੀਤਾ ਗਿਆ, ਜਾਂ ਸੁੰਦਰਤਾ ਦਾ ਜ਼ਿਕਰ ਕੀਤਾ। ਬਸ ਤੁਸੀਂ ਇਹਨੂੰ ਸਿੰਪਲ ਟਾਈਟਲ ਰੱਖੋ, ਇਸ ਵਿੱਚ ਸੁੰਦਰਤਾ ਦਾ ਜ਼ਿਕਰ। ਫਿਰ ਤੀਜਾ ਸਾਡੇ ਕੋਲ ਆਇਆ ਚਸ਼ਮਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ। ਇਸ ਦਾ ਟਾਈਟਲ ਕੀ ਚੀਜ਼ ਪੜ੍ਹਦੇ ਆ? ਇਸ ਵਿੱਚ ਕਵੀ ਝਰਨੇ ਦੇ ਦ੍ਰਿਸ਼ਟਾਂਤ ਨੂੰ ਆਧਾਰ ਬਣਾ ਕੇ, ਪੂਰਾ ਲਵਾਂ ਤਾਂ ਮੈਂ ਇਸ ਨੂੰ, ਕਵੀ ਝਰਨਿਆਂ ਦੇ ਦ੍ਰਿਸ਼ਟਾਂਤ ਨੂੰ ਆਧਾਰ ਬਣਾ ਕੇ ਪ੍ਰਭੂ ਨਾਲ ਜੁੜਨ ਲਈ ਕਹਿੰਦਾ ਹੈ, ਜਾਂ ਪ੍ਰਮਾਤਮਾ ਨਾਲ ਜੁੜਨ ਲਈ ਕਹਿੰਦਾ ਹੈ। ਠੀਕ ਹੈ ਜੀ, ਇਹ ਇੰਨਾ ਡੀਪ ਜਾਣਾ ਤਾਂ ਨਹੀਂ ਚਾਹੀਦਾ, ਫਿਰ ਵੀ ਤੁਸੀਂ ਆਹ ਚੀਜ਼ ਤਾਂ ਯਾਦ ਰੱਖਣੀ ਪਊਗੀ ਕਿ ਚਸ਼ਮਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਦਾ ਸੰਬੰਧ ਕਿਹੜੀ ਰਚਨਾ ਨਾਲ ਹੈ, ਜੋ ਅਸੀਂ ਪਿੱਛੇ ਪੜ੍ਹ ਕੇ ਜਾ ਰਹੇ ਹਾਂ। ਟਾਈਟਲ ਸਾਡਾ ਕਿਹੜਾ ਸੀਗਾ? ਮਟਕ ਹੁਲਾਰੇ ਦੇ ਨਾਲ। ਕਲੀਅਰ ਹੋ ਗਈ ਜੀ ਗੱਲ। ਉਸ ਤੋਂ ਬਾਅਦ ਸਾਡੇ ਕੋਲ ਭਾਈ ਵੀਰ ਸਿੰਘ ਜੀ, ਹੁਣ ਇਹ ਐਸੇ ਤੋਂ ਸੰਬੰਧਿਤ ਆ। ਫਿਰ ਇੱਕ ਇਹਨਾਂ ਦੀ ਰਚਨਾ ਆਈ ਕੰਬ ਦੀ ਕਲਾਈ, ਜੋ 1933 ਦੇ ਵਿੱਚ ਇਹਨਾਂ ਦੀ ਪੁਸਤਕ ਇੱਕ ਰਿਲੀਜ਼ ਹੋਈ। ਇਸ ਵਿੱਚ ਇਹਨਾਂ ਨੇ ਕੀ ਹੋਇਆ ਸੀ, ਇਸਤਰੀ ਰੂਪ ਵਿੱਚ ਆਪਣੇ ਪ੍ਰਭੂ ਦੇ ਦਰਸ਼ਨ ਪਾਉਣ ਪਿੱਛੋਂ ਫੜ ਨਾ ਸਕਣ ਦੀ ਵਿਅਥਾ ਨੂੰ ਪੇਸ਼ ਕੀਤਾ। ਠੀਕ ਹੈ, ਕਿ ਇਸ ਵਿੱਚ ਇਸਤਰੀ ਦੇ ਰੂਪ ਵਿੱਚ ਉਹ ਆਪਣੇ ਆਪ ਨੂੰ ਪੇਸ਼ ਕਰ ਰਹੇ ਆ ਤੇ ਪ੍ਰਭੂ ਨੂੰ ਪਾਉਣ ਦੀ ਇੱਛਾ ਦਾ ਜ਼ਿਕਰ ਕਰ ਰਹੇ ਆ। ਠੀਕ ਹੈ ਜੀ, ਤਾਂ ਆਓ ਅੱਗੇ ਚੱਲਦੇ ਹਾਂ, ਆਪਾਂ ਇਸ ਦਾ ਜ਼ਿਕਰ ਕਰੀਏ। ਜਾਂ ਮੈਂ ਪੂਰਾ ਲਿਖ ਹੀ ਦੇਵਾਂ, ਚਲੋ। ਟਾਈਟਲ ਕੰਬ ਦੀ ਕਲਾਈ ਵਿੱਚ ਕੀ ਸੀ? ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਪੇਸ਼ ਕਰਕੇ ਰੱਬ ਨੂੰ ਮਿਲ ਕੇ ਉਸ ਨੂੰ ਫੜ ਨਾ ਸਕਣ ਦੀ ਗਾਥਾ ਨੂੰ, ਬਿਆਨ ਕੀਤਾ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕੀ ਚੀਜ਼ ਪੇਸ਼ ਕੀਤਾ। ਠੀਕ ਹੈ ਜੀ, ਤਾਂ ਕੰਬ ਦੀ ਕਲਾਈ ਬਾਰੇ ਅਸੀਂ ਜ਼ਿਕਰ ਪੜ੍ਹ ਰਹੇ ਹਾਂ। ਕੰਬ ਦੀ ਕਲਾਈ ਭਾਈ ਵੀਰ ਸਿੰਘ ਜੀ ਦੀ 1933 ਦੇ ਵਿੱਚ ਪ੍ਰਕਾਸ਼ਿਤ ਹੋਈ ਇਹਨਾਂ ਦੀ ਇੱਕ ਪੁਸਤਕ ਆ। ਹੁਣ ਯਾਦ ਰੱਖਿਓ, ਇਸ ਕੰਬ ਦੀ ਕਲਾਈ ਦਾ ਸੰਬੰਧ ਵੀ ਕਾਹਦੇ ਨਾਲ ਪੜ੍ਹਦੇ ਹਾਂ ਅਸੀਂ? ਮਟਕ ਹੁਲਾਰੇ, ਜੋ ਅਸੀਂ ਪਿੱਛੇ ਜ਼ਿਕਰ ਕਰਕੇ ਆ ਰਹੇ ਹਾਂ। ਮਟਕ ਹੁਲਾਰੇ ਦੇ ਵਿੱਚ ਇਹ ਉਸੇ ਦਾ ਹੀ ਇੱਕ ਪਾਰਟ ਆ। ਕੀ ਚੀਜ਼? ਕੰਬ ਦੀ ਕਲਾਈ, ਜੋ 1933 ਦੇ ਵਿੱਚ ਇਹਨਾਂ ਨੂੰ ਪੁਸਤਕ ਦੇ ਰੂਪ ਵਿੱਚ ਪੇਸ਼ ਹੋਈ। ਉਸ ਤੋਂ ਬਾਅਦ ਅਗਲੀ ਇਹਨਾਂ ਦੀ ਰਚਨਾ ਆ ਗਈ ਜੀ ਹੁਣ 1927 ਦੇ ਵਿੱਚ। ਕੀ ਚੀਜ਼? ਹੁਣ ਨਾ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖਿਓ। ਹੁਣ ਤੁਸੀਂ ਕਹੋ ਜੀ ਇੱਥੇ ਤਾਂ 1927 ਦਾ ਜ਼ਿਕਰ ਆ ਰਿਹਾ, ਫਿਰ ਇਹ ਪੁਸਤਕ 1933 ਵਿੱਚ ਕਿਵੇਂ ਪ੍ਰਕਾਸ਼ਿਤ ਹੋਈ? ਅਸੀਂ ਇਹਨਾਂ ਦੇ ਅੰਗਾਂ ਦਾ ਜ਼ਿਕਰ ਕਰ ਰਹੇ ਹਾਂ ਅੱਗੇ ਜਾ ਕੇ। ਠੀਕ ਹੈ, ਅੰਗਾਂ ਦਾ ਜ਼ਿਕਰ ਕਰ ਰਹੇ ਹਾਂ ਤੇ ਪ੍ਰਸ਼ਨ ਯਾਦ ਰੱਖਣਾ ਹੈ। ਆਓ ਅੱਗੇ ਚੱਲੀਏ। ਫਿਰ ਇਹਨਾਂ ਦੀ ਰਚਨਾ ਆਈ ਜੀ ਬਿਜਲੀਆਂ ਦੇ ਹਾਰ। ਠੀਕ ਹੈ, ਹੁਣ ਬਿਜਲੀਆਂ ਦੇ ਹਾਰ ਦਾ ਜਦੋਂ ਵੀ ਜ਼ਿਕਰ ਆਏਗਾ, ਇਸ ਵਿੱਚ ਅਸੀਂ ਇੱਕ ਤਾਂ ਪ੍ਰਸ਼ਨ ਇਹ ਰੱਖਣਾ ਹੈ ਯਾਦ, ਕਿ ਬਿਜਲੀਆਂ ਦੇ ਹਾਰ ਇਹਨਾਂ ਦਾ ਨਿੱਕੀਆਂ ਅਤੇ ਵੱਡੀਆਂ ਦੋਵੇਂ ਕਵਿਤਾਵਾਂ ਦਾ ਕਾਵ ਸੰਗ੍ਰਹਿ ਹੈ। ਠੀਕ ਹੈ ਜੀ, ਚਾਹੇ ਉਹ ਨਿੱਕੀਆਂ ਰਚਨਾਵਾਂ ਹੋਵੇ, ਚਾਹੇ ਵੱਡੀਆਂ ਰਚਨਾਵਾਂ ਹੋਵੇ, ਇਹ ਇਹਨਾਂ ਦਾ ਦੋਵਾਂ ਦਾ ਮਿਕਸ ਕਹੀਏ ਆਪਾਂ, ਕਾਵ ਸੰਗ੍ਰਹਿ, ਜਿਸ ਵਿੱਚ ਅਸੀਂ ਕੀ ਚੀਜ਼ ਪੜ੍ਹਦੇ ਹਾਂ? ਭਾਈ ਸਾਹਿਬ ਦਾ ਖਿਆਲ, ਭਾਈ ਸਾਹਿਬ ਦੀਆਂ ਖਿਆਲ ਉਡਾਰੀਆਂ ਨੂੰ ਬਿਆਨ ਕੀਤਾ। ਟਾਈਟਲ ਦੇਖੋ ਇਹਦਾ ਕੀ ਚੀਜ਼ ਅਸੀਂ ਪੜ੍ਹਦੇ ਹਾਂ? ਖਿਆਲ ਉਡਾਰੀਆਂ ਨੂੰ ਬਿਆਨ ਕੀਤਾ।
ਠੀਕ ਹੈ, ਤੁਸੀਂ ਥੋੜਾ ਜਿਹਾ ਆਪਣੇ ਆਪ ਉਸ ਚੀਜ਼ ਨੂੰ ਨੋਟ ਕਰ ਲਿਓ। ਕਿਹੜੀ ਵਿੱਚ? ਬਿਜਲੀਆਂ ਦੇ ਹਾਰ ਵਿੱਚ। ਹੁਣ ਬਿਜਲੀਆਂ ਦੇ ਹਾਰ ਵਿੱਚ ਜੋ ਇਹਨਾਂ ਦਾ ਸਾਡੇ ਕੋਲ ਜ਼ਿਕਰ ਆਇਆ ਕਿ ਹੁਣ ਪਾਠ ਪੁਸਤਕ ਵਿੱਚ, ਮੇਨ ਤਾਂ ਸਾਡਾ ਟਾਈਟਲ ਹੀ ਰਹਿਣਾ ਹੀ ਰਹਿਣਾ, ਪਾਠ ਪੁਸਤਕ ਵਿੱਚ ਇਸ ਤੋਂ ਸੰਬੰਧੀ ਜੋ ਪ੍ਰਸ਼ਨ ਪੁੱਛੇ ਗਏ ਉਹ ਕਿਹੜੀਆਂ-ਕਿਹੜੀਆਂ ਰਚਨਾਵਾਂ ਦੇ? ਇੱਕ ਤਾਂ ਹੈ ਜੀ ਅਣਡਿੱਠਾ ਰਸਤਾ, ਦੂਜੀ ਹੈ ਜੀ ਸਮਾਂ, ਤੇ ਤੀਜੀ ਹੈ ਗੁਲਾਬ ਦਾ ਫੁੱਲ। ਠੀਕ ਹੈ, ਹੁਣ ਅਣਡਿੱਠਾ ਰਸਦਾਤਾ ਦਾ ਮਤਲਬ ਕੀ ਚੀਜ਼ ਪੜ੍ਹਦੇ ਆ? ਕਦੇ ਨਾ ਦਿਖਣ ਵਾਲੇ ਪ੍ਰਭੂ ਦੀ ਭਜਨ ਬੰਦਗੀ ਤੋਂ ਰਸ ਪ੍ਰਾਪਤੀ ਬਾਰੇ ਦੱਸਿਆ ਗਿਆ। ਨਵੇਂ ਪੇਜ ਤੇ ਲਈਏ ਆਪਾਂ, ਬਸ ਇੱਕ ਦੋ ਰਚਨਾਵਾਂ ਦਾ ਜ਼ਿਕਰ ਹੋਰ ਰਹਿ ਗਿਆ। ਅਣਡਿੱਠਾ ਰਸਦਾਤਾ, ਕਦੇ ਨਾ ਦਿਖਣ ਵਾਲੇ ਪ੍ਰਭੂ ਦੇ ਰਸ ਭਾਵ ਆਨੰਦ ਨੂੰ ਪੇਸ਼ ਕੀਤਾ ਗਿਆ। ਕਲੀਅਰ ਹੋ ਗਈ ਜੀ ਗੱਲ? ਇਹ ਕਾਦੇ ਵਿੱਚ? ਅਣਡਿੱਠਾ ਰਸਦਾਤਾ ਜੋ ਰਚਨਾ ਹੈ, ਤਾਂ ਅਸੀਂ ਇਹ ਕਦੇ ਕਹਿ ਸਕਦੇ ਹਾਂ ਕਦੇ ਨਾ ਦੇਖਣ ਵਾਲੇ ਪ੍ਰਭੂ ਦੀ ਭਜਨ ਬੰਦਗੀ ਤੋਂ ਰਸ ਪ੍ਰਾਪਤੀ ਬਾਰੇ ਦੱਸਿਆ ਗਿਆ ਹੈ, ਜਾਂ ਕਦੇ ਨਾ ਦੇਖਣ ਵਾਲੇ ਪ੍ਰਭੂ ਦੇ ਰਸ ਆਨੰਦ ਨੂੰ ਪੇਸ਼ ਕੀਤਾ ਗਿਆ, ਜਾਂ ਇਹਨਾਂ ਦੀ ਪ੍ਰਭੂ ਦੀ ਹੋਰ ਲਿਖੀ ਡੀਪ ਤਾਂ ਬੰਦਗੀ ਬਾਰੇ ਦੱਸਿਆ ਗਿਆ ਕਿ ਬੰਦਗੀ ਤੋਂ ਕਿਵੇਂ ਰਸ ਪ੍ਰਾਪਤ ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਨੰਬਰ 2 ਤੇ ਆਓ। ਅਣਡਿੱਠਾ ਰਸਦਾਤਾ ਤੋਂ ਬਾਅਦ ਦੂਜੀ ਆਈ ਸਮਾਂ। ਸਮਾਂ ਰਚਨਾ ਜੋ ਆਈ ਬਿਜਲੀਆਂ ਦੇ ਹਾਰ ਦੇ ਵਿੱਚੋਂ, ਇਸ ਵਿੱਚ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਦੇ ਲਈ ਕੀ ਚੀਜ਼ ਪ੍ਰੇਰਿਆ ਗਿਆ? ਮਨੁੱਖ ਨੂੰ ਸਮੇਂ ਦੀ ਕਦਰ ਕਰਨ ਲਈ ਪ੍ਰੇਰਿਆ ਗਿਆ। ਕਲੀਅਰ ਹੋ ਗਈ ਜੀ ਗੱਲ? ਫਿਰ ਉਸ ਤੋਂ ਬਾਅਦ ਤੀਜਾ ਤੇ ਲਾਸਟ ਪਾਰਟ ਮਿਲਦਾ ਹੈ, ਗੁਲਾਬ ਦਾ ਫੁੱਲ। ਜਿਸ ਦਾ ਟਾਈਟਲ ਦਾ ਜਦੋਂ ਅਸੀਂ ਵਿਸ਼ਾ ਪੜ੍ਹਦੇ ਹਾਂ ਨਾ, ਇਸ ਦਾ ਜਦੋਂ ਮਤਲਬ ਇਹਦਾ ਅਰਥ ਪੜ੍ਹਦੇ ਹਾਂ ਗੁਲਾਬ ਦੇ ਫੁੱਲ ਦਾ, ਤਾਂ ਉਹ ਸਾਨੂੰ ਕੀ ਚੀਜ਼ ਕਹਿੰਦਾ ਕਿ ਗੁਲਾਬ ਦੇ ਫੁੱਲ ਨੂੰ ਵਿਕਾਸਸ਼ੀਲ ਅਵਸਥਾ ਨੂੰ ਪੇਸ਼ ਕੀਤਾ ਹੈ। ਕਿ ਸਿੰਪਲ ਭਾਸ਼ਾ 'ਚ ਇਹ ਕਹਿ ਸਕਦੇ ਹਾਂ, ਇਸ ਵਿੱਚ ਗੁਲਾਬ ਦੇ ਫੁੱਲ ਦਾ ਇਸ ਤਰੀਕੇ ਨਾਲ ਜ਼ਿਕਰ ਕੀਤਾ ਹੈ ਕਿ ਉਹ ਦੂਜਿਆਂ ਦੇ ਲਈ ਕਿਵੇਂ ਵੱਧਦਾ ਫੁੱਲਦਾ ਹੈ। ਸਿੰਪਲ ਕਵਾਂ ਮੈਂ ਇਸ ਨੂੰ, ਗੁਲਾਬ ਦੇ ਫੁੱਲ ਦੇ ਜਾਂ ਫੁੱਲ ਦਾ ਵਿਕਾਸਸ਼ੀਲ ਹੋਣ ਦਾ ਜ਼ਿਕਰ ਕੀਤਾ ਹੈ ਕਿ ਉਹ ਸਦਾ ਦੂਜਿਆਂ ਲਈ ਕਿਵੇਂ ਵੱਧਦਾ ਅਤੇ ਫੁੱਲਦਾ ਹੈ। ਕਲੀਅਰ ਹੋ ਗਈ ਜੀ ਗੱਲ? ਇਹ ਤਿੰਨੋਂ ਜੋ ਸਾਡੇ ਪਾਠ ਪੁਸਤਕ ਵਿੱਚ ਰਚਨਾਵਾਂ ਦਾ ਜ਼ਿਕਰ ਆ, ਉਹ ਸਾਨੂੰ ਮਿਲਦਾ ਹੈ ਦੀ ਕਾਹਦੇ ਵਿੱਚ? ਬਿਜਲੀਆਂ ਦੇ ਹਾਰ ਜੋ 1927 ਦੇ ਵਿੱਚ ਇਹਨਾਂ ਦੀ ਰਚਨਾ ਪ੍ਰਕਾਸ਼ਿਤ ਹੋਈ, ਉਸ ਦੇ ਰੂਪ ਵਿੱਚ। ਫਿਰ ਸਾਡਾ ਲਾਸਟ ਜ਼ਿਕਰ ਆਉਂਦਾ ਭਾਈ ਵੀਰ ਸਿੰਘ ਜੀ ਬਾਰੇ। ਉਹ ਆ ਗਿਆ ਜੀ ਕਿਹੜੀ ਰਚਨਾ? ਮੇਰੇ ਸਾਈਆਂ ਜੀਓ। ਮੇਰੇ ਸਾਈਆਂ ਜੀਓ ਜੋ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ, ਇਹ ਕਦੋਂ ਪ੍ਰਕਾਸ਼ਿਤ ਹੋ ਰਹੀ ਹੈ ਜੀ? 1953 ਦੇ ਵਿੱਚ। ਤੇ ਅਸੀਂ ਇੱਕ ਤਾਂ ਜ਼ਿਕਰ ਇਹ ਕਰਨਾ ਹੈ, ਇਸ ਰਚਨਾ ਤੇ ਕੀ ਮਿਲਿਆ ਹੋਇਆ ਭਾਈ ਵੀਰ ਸਿੰਘ ਨੂੰ, ਜੋ ਸ਼ੁਰੂ 'ਚ ਵੀ ਚਰਚਾ ਕੀਤੀ, ਭਾਰਤ ਸਾਹਿਤ ਅਕਾਦਮੀ ਪੁਰਸਕਾਰ। ਇਹ ਮਿਲਿਆ ਵੈਸੇ ਕਦੋਂ ਸੀ? 1955 ਦੇ ਵਿੱਚ।
1955 ਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਉਹਨਾਂ ਦੀ ਪ੍ਰਸਿੱਧ ਰਚਨਾ ਮੇਰੇ ਸਾਈਆਂ ਜੀ ਉਤੇ ਕੀ ਮਿਲਿਆ ਸੀ? ਭਾਰਤ ਸਾਹਿਤ ਅਕਾਦਮੀ, ਜੋ ਪੰਜਾਬੀ ਸਾਹਿਤ ਦਾ ਪਹਿਲਾ ਪੁਰਸਕਾਰ ਮਿਲਿਆ ਸੀ, ਭਾਰਤ ਸਾਹਿਤ ਅਕਾਦਮੀ ਪੁਰਸਕਾਰ, ਉਹ ਕਿਹਨਾਂ ਨੂੰ ਮਿਲਿਆ ਸੀ? ਭਾਈ ਵੀਰ ਸਿੰਘ ਨੂੰ ਮਿਲਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਇੱਕ ਚੀਜ਼ ਇਸ ਵਿੱਚ ਰੱਖਦੇ ਹਾਂ ਕਿ ਇਹਦੇ ਬਾਰੇ ਇੱਕ ਚੀਜ਼ ਯਾਦ ਰੱਖਿਓ, ਜਿਉਂਦਿਆਂ ਜੀ ਜਿਉਂਦਿਆਂ ਜੀ ਪ੍ਰਕਾਸ਼ਿਤ ਹੋਈ ਇਹ ਉਹਨਾਂ ਦੀ ਅੰਤਮ ਪੁਸਤਕ ਸੀ। ਜਿਉਂਦਿਆਂ ਜੀ ਜੋ ਉਹਨਾਂ ਦੀ ਪ੍ਰਕਾਸ਼ਿਤ ਹੋਈ, ਇਹ ਭਾਈ ਵੀਰ ਸਿੰਘ ਜੀ ਦੀ ਕੀ ਸੀ? ਅੰਤਮ ਪੁਸਤਕ ਸੀ। ਇਸ ਦੇ ਵਿੱਚ ਕੁੱਲ, ਹੁਣ ਨਾ ਇਹ ਪ੍ਰਸ਼ਨ ਯਾਦ ਰੱਖਣ ਵਾਲਾ ਪ੍ਰਸ਼ਨ ਹੈ, ਇਸ ਵਿੱਚ ਕੁੱਲ ਕਿੰਨੀਆਂ ਕਵਿਤਾਵਾਂ ਦਾ ਜ਼ਿਕਰ ਆਉਂਦਾ ਹੈ? 72 ਕਵਿਤਾਵਾਂ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਇਲਾਵਾ 72 ਕਵਿਤਾਵਾਂ ਦੇ ਨਾਲ ਜਿਨ੍ਹਾਂ ਵਿੱਚ 11 ਰੁਬਾਈਆਂ ਤੇ 9 ਛੰਦਬੰਦ ਕਵਿਤਾਵਾਂ ਦਾ, ਇਹ ਵੀ ਇੱਕ ਪ੍ਰਸ਼ਨ ਯਾਦ ਰੱਖਿਓ, 11 ਤਾਂ ਰੁਬਾਈਆਂ ਅਤੇ ਇਹ ਮੈਂ ਵਿੱਚੋਂ ਮੇਨ ਫੈਕਟ ਲਏ ਹੈ। ਠੀਕ ਹੈ ਜੀ। 9 ਛੰਦਬੰਦ ਕਵਿਤਾਵਾਂ। ਹੁਣ ਮੈਂ ਇਹਨਾਂ ਟਾਈਟਲਾਂ ਨੂੰ ਤਾਂ ਲਿਆ ਕਿ ਪੁਰਾਣੇ ਪੇਪਰਾਂ ਦੇ ਵਿੱਚ ਇਹਨਾਂ ਤੋਂ ਸੰਬੰਧਿਤ ਪ੍ਰਸ਼ਨ ਪੁੱਛੇ ਗਏ ਆ, ਤੇ ਜਿਨ੍ਹਾਂ ਤੋਂ ਸੰਬੰਧਿਤ ਪ੍ਰਸ਼ਨ ਪੁੱਛੇ ਗਏ ਆ ਉਹਨਾਂ ਨੂੰ ਆਪਾਂ ਆਧਾਰ ਬਣਾਇਆ ਹੈ, ਤੇ ਆਧਾਰ ਬਣਾ ਕੇ ਆਪਾਂ ਜ਼ਿਕਰ ਕੀਤਾ ਕਿ ਮੇਰੇ ਸਾਈਆਂ ਜੀ ਜੋ ਉਹਨਾਂ ਦੀ ਰਚਨਾ ਸੀ 1953 ਚ ਜੋ ਪ੍ਰਕਾਸ਼ਿਤ ਹੋਈ, 1955 ਵਿੱਚ ਇਸ ਨੂੰ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਫਿਰ ਅਸੀਂ ਇਹ ਜ਼ਿਕਰ ਕੀਤਾ ਕਿ ਇਹਨਾਂ ਦੀ ਜਿਉਂਦਿਆਂ ਜੀ ਪ੍ਰਕਾਸ਼ਿਤ ਹੋਣ ਵਾਲੀ ਇਹਨਾਂ ਦੀ ਇਹ ਅੰਤਮ ਪੁਸਤਕ ਸੀ। ਉਸ ਤੋਂ ਬਾਅਦ ਇੱਕ ਜ਼ਿਕਰ ਇਹ ਕੀਤਾ ਕਿ ਇਸ ਵਿੱਚ ਕੁੱਲ 72 ਕਵਿਤਾਵਾਂ ਦਾ ਜ਼ਿਕਰ ਆਉਂਦਾ ਹੈ, ਜਿਸ ਵਿੱਚ 11 ਰੁਬਾਈਆਂ ਦੇ ਰੂਪ ਵਿੱਚ ਤੇ 9 ਕਵਿਤਾਵਾਂ ਸਾਨੂੰ ਛੰਦਬੰਦ ਕਵਿਤਾ ਦੇ ਰੂਪ ਵਿੱਚ ਵੇਖਣ ਨੂੰ ਮਿਲਦੀ ਆ। ਠੀਕ ਹੈ ਜੀ। ਇਸ ਦਾ ਹੁਣ ਨਾ ਪ੍ਰਸ਼ਨ, ਕਿਉਂਕਿ ਜੋ ਰਚਨਾ ਮੇਨ ਆ, ਟਾਈਟਲ ਸਾਡਾ ਮੇਨ ਆ, ਤਾਂ ਇਸ ਵਿੱਚ ਪੁੱਛਿਆ ਜਾਣ ਵਾਲਾ ਪ੍ਰਸ਼ਨ ਇੱਕ ਕੀ ਆ ਕਿ ਇਸ ਦਾ ਮੁੱਖ ਵਿਸ਼ਾ ਕੀ ਹੋ ਸਕਦਾ ਹੈ। ਬਹੁਤ ਵਧੀਆ ਪ੍ਰਸ਼ਨ ਆ ਕਿ ਜੇ ਅਸੀਂ ਜ਼ਿਕਰ ਕਰੀਏ ਮੇਰੇ ਸਾਈਆਂ ਜੀ ਰਚਨਾ ਦਾ ਮੇਨ ਰਚਨਾ ਹੈ, ਤਾਂ ਇਸ ਦਾ ਬਿਲਕੁਲ ਸਾਡੇ ਕੋਲ ਪੁੱਛਿਆ ਜਾ ਸਕਦਾ ਹੈ ਕੀ ਚੀਜ਼? ਵਿਸ਼ਾ। ਕਿ ਨਿੱਜੀ ਅਨੁਭਵਾਂ ਦੇ ਅਹਿਸਾਸ ਨੂੰ ਉਹਨਾਂ ਨੇ ਕੀ ਕੀਤਾ ਸੀ ਇਸ ਵਿੱਚ, ਜੋ ਉਹਨਾਂ ਦੇ ਨਿੱਜੀ ਅਨੁਭਵ ਹਨ, ਨਿੱਜੀ ਅਨੁਭਵਾਂ ਦੇ ਅਹਿਸਾਸ ਨੂੰ ਚਿਤਰਿਆ। ਠੀਕ ਹੈ। ਇਸ ਰਚਨਾ ਵਿੱਚ ਇੱਕ ਤਾਂ ਉਹਨਾਂ ਨੇ ਮੇਨ ਟਾਈਟਲ ਕੀ ਪੜਿਆ ਸੀ? ਆਪਣੀ ਨਿੱਜੀ ਅਨੁਭਵਾਂ ਨੂੰ ਅਹਿਸਾਸ ਦੇ ਤੌਰ ਤੇ ਚਿਤਰਿਆ। ਉਸ ਤੋਂ ਬਾਅਦ ਆਦਰਸ਼ ਪ੍ਰੀਤਮ ਦੇ ਵਿਛੋੜੇ ਦੀਆਂ ਕਸਕਾਂ ਕਹਿ ਲੋ ਜਾਂ ਆਦਰਸ਼ ਵਿਛੋੜੇ ਦੀਆਂ ਗੱਲਾਂ ਦਾ ਜ਼ਿਕਰ ਕੀਤਾ। ਮੇਨ ਟਾਈਟਲ ਸਾਡਾ ਇੰਨਾ ਹੀ ਸੀ ਕਿ ਉਹਨਾਂ ਨੇ ਇਸ ਵਿੱਚ ਆਪਣੀ ਨਿੱਜੀ ਅਨੁਭਵਾਂ ਦੇ ਅਹਿਸਾਸ ਨੂੰ ਚਿਤਰਿਆ। ਹੁਣ ਸਾਡੇ ਪਾਠ ਪੁਸਤਕ ਦੇ ਅਕੋਰਡਿੰਗ, ਸਾਡੇ ਸਿਲੇਬਸ ਦੇ ਅਕੋਰਡਿੰਗ ਸਾਨੂੰ ਇੱਕ ਚੀਜ਼ ਧਿਆਨ ਰੱਖਣੀ ਹੈ, ਉਹਦੇ ਵਿੱਚ ਜ਼ਿਕਰ ਆਇਆ ਕਾਹਦਾ? ਇੱਕ ਰਚਨਾ ਦਾ ਜੋ ਅਚਨਚੇਤੀ ਦਾ ਝਲਕਾ ਅਸੀਂ ਪੜ੍ਹਦੇ ਹਾਂ, ਅਚਾਨਕ ਦਾ, ਅਚਨਚੇਤੀ ਤੋਂ ਭਾਵ ਅਚਾਨਕ, ਜੋ ਇਹ ਟਾਈਟਲ ਆ ਮੇਨ, ਉਹ ਕਾਹਦੇ ਰੂਪ ਵਿੱਚ ਆ? ਉਹ ਗਜ਼ਲਾਂ ਦੇ ਰੂਪ ਵਿੱਚ ਇੱਕ ਝਲਕਾ ਵੇਖਣ ਨੂੰ ਮਿਲਦਾ ਹੈ। ਜੋ ਰਚਨਾ ਸਾਨੂੰ ਮਿਲਦੀ ਆ, ਸਾਡੀ ਕਿਹੜੀ ਕਿਤਾਬ ਵਿੱਚ ਮਿਲਦੀ ਆ? BA ਦੀ ਕਿਤਾਬ ਵਿੱਚ ਮਿਲਦੀ ਹੈ। ਠੀਕ ਹੈ ਜੀ। ਤੇ ਇਹ ਰਚਨਾਵਾਂ ਦਾ ਜ਼ਿਕਰ ਸੀ ਭਾਈ ਵੀਰ ਸਿੰਘ ਬਾਰੇ। ਆਓ ਜਲਦੀ ਤੋਂ 2 ਮਿੰਟ ਦੇ ਵਿੱਚ ਇੱਕ ਵਾਰ ਆਪਾਂ ਪੂਰੇ ਨੂੰ ਆਪਾਂ ਰੀਡ ਕਰੀਏ, ਇੱਕ ਵਾਰ ਵਾਪਸ ਆਪਾਂ ਦੇਖੀਏ ਕਿ ਕਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਭਾਈ ਵੀਰ ਸਿੰਘ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ। ਤਾਂ ਭਾਈ ਵੀਰ ਸਿੰਘ ਦਾ ਦੇਖੋ ਜ਼ਿਕਰ ਕੀ ਆਇਆ। ਨੰਬਰ 1, ਆਧੁਨਿਕ ਕਵੀ। ਆਧੁਨਿਕ ਕਵੀ ਦਾ ਮੁੱਢ ਕਿੱਥੋਂ ਵੱਜਦਾ ਜੀ? ਭਾਈ ਵੀਰ ਸਿੰਘ ਜੀ ਤੋਂ ਵੱਜਦਾ। ਠੀਕ ਹੈ। ਪੰਜਾਬੀ ਸਾਹਿਤ ਦਾ ਜਦੋਂ ਅਸੀਂ ਕਹਿੰਦੇ ਕਿ ਆਧੁਨਿਕ ਮੋਢੀ ਕਵੀ ਕੌਣ ਆ? ਭਾਈ ਵੀਰ ਸਿੰਘ ਹੈ। ਇਹਨਾਂ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਜ਼ਿਕਰ ਵਿੱਚ ਅਸੀਂ ਇਹ ਪੜ੍ਹਿਆ ਕੀ ਚੀਜ਼? ਜਨਮ ਹੋ ਰਿਹਾ ਇਹਨਾਂ ਦਾ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਖੇ, ਤੇ ਮੌਤ ਹੋਈ ਇਹਨਾਂ ਦੀ 10 ਜੂਨ 1957 ਨੂੰ।
ਪਿਤਾ ਦਾ ਨਾਮ ਸੀ ਚਰਨ ਸਿੰਘ ਤੇ ਮਾਤਾ ਦਾ ਨਾਮ ਕੀ ਸੀ? ਉੱਤਮ ਕੌਰ। ਠੀਕ ਹੈ, ਇਹਨਾਂ ਦੇ ਦਾਦਾ ਜੀ ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਕਿਉਂਕਿ ਦਾਦਾ ਜੀ ਇਹਨਾਂ ਦੇ ਮਹਾਨ ਕੋਸ਼ ਦੇ ਰਚੇਤਾ ਸੀ। ਕੌਣ? ਭਾਈ ਕਾਨ ਸਿੰਘ ਨਾਭਾ। ਫਿਰ ਉਸ ਤੋਂ ਬਾਅਦ ਅਸੀਂ ਜ਼ਿਕਰ ਕੀਤਾ ਇਹਨਾਂ ਦੇ ਕੁਝ ਉਪਨਾਮਾਂ ਦਾ ਜ਼ਿਕਰ ਕੀਤਾ, ਜਿੱਥੇ ਅਸੀਂ ਪੜ੍ਹਿਆ ਕਿ ਇਹਨਾਂ ਨੂੰ ਗੁਰਬਾਣੀ ਦਾ ਇੱਕ ਤਾਂ ਵਿਆਖਿਆਕਾਰ ਕਿਹਾ ਜਾਂਦਾ ਹੈ, ਇੱਕ ਉਸ ਨੂੰ ਇਹਨਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ, ਅਰਸ਼ਾਂ ਦਾ ਕਵੀ ਕਿਹਾ ਜਾਂਦਾ ਹੈ। ਉਸ ਤੋਂ ਇਲਾਵਾ ਅੱਛਾ ਇੱਕ ਪ੍ਰਸ਼ਨ ਹੋਰ ਯਾਦ ਰੱਖ ਲਿਓ, ਚਲੋ ਲਿਖ ਹੀ ਦਈਏ ਇੱਥੇ। ਚਰਨ, ਚਲੋ ਇਹਨੂੰ ਇੱਕ ਵਾਰ ਅੱਗੇ ਲੈਣੇ। ਗੁਰਬਾਣੀ ਦਾ ਵਿਆਖਿਆਕਾਰ ਆ ਗਿਆ। ਪੰਜਾਬ ਦਾ ਛੇਵਾਂ ਦਰਿਆ ਕਿਹਨਾਂ ਨੇ ਕਿਹਾ ਸੀ? ਹਰਿੰਦਰ ਨਾਥ ਚਟੋਪਾਧਿਆਏ ਸਾਹਿਬ ਨੇ ਕਿਹਾ ਸੀ। ਉਸ ਤੋਂ ਬਾਅਦ ਇਹਨਾਂ ਨੂੰ ਅਰਸ਼ਾਂ ਦਾ ਕਵੀ, ਪੰਜਾਬ ਦਾ ਵੁਡਸਵਰਥ ਅਤੇ ਛੋਟੀਆਂ ਕਵਿਤਾਵਾਂ ਦਾ ਕੀ ਚੀਜ਼ ਕਿਹਾ ਜਾਂਦਾ ਹੈ? ਵੱਡਾ ਕਵੀ ਵੀ ਕਿਹਾ ਜਾਂਦਾ ਹੈ। ਇੱਕ ਯਾਦ ਰੱਖਿਓ, ਚਲੋ ਲਿਖ ਹੀ ਲਓ, ਇਹਨਾਂ ਦੀ ਪਤਨੀ ਦਾ ਨਾਮ ਕੀ ਸੀ? ਪਤਨੀ ਦਾ ਨਾਮ ਸੀ ਚਤਰ ਕੌਰ। ਕਈ ਵਾਰ ਪ੍ਰਸ਼ਨ ਆ ਹੀ ਜਾਵੇ, ਹਾਲਾਂਕਿ ਮਾਤਾ ਪਿਤਾ ਦਾ ਨਾਮ ਬਹੁਤ ਘੱਟ ਚਾਂਸ ਨਹੀਂ ਪੁੱਛਦਾ। ਉਸ ਤੋਂ ਬਾਅਦ ਆਓ ਅੱਗੇ, ਇਹਨਾਂ ਦੀ ਵਿਸ਼ੇਸ਼ ਬਾਰੇ ਕੀ ਲਿਖਿਆ ਸੀ? ਇਹਨਾਂ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ। ਇਹ ਪ੍ਰਸ਼ਨ ਆਉਣ ਵਾਲੇ ਆ। ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ 1893, ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ 1892 ਦੇ ਵਿੱਚ, 1 ਸਾਲ ਪਹਿਲਾਂ। ਉਸ ਤੋਂ ਬਾਅਦ ਖਾਲਸਾ ਸਮਾਚਾਰ ਪੱਤਰ 1899 ਵਿੱਚ। ਪੰਜਾਬ ਐਂਡ ਸਿੰਧ ਬੈਂਕ ਦੀ ਨੀਂਹ ਰੱਖੀ ਇਹਨਾਂ ਨੇ ਜੀ 1908 ਦੇ ਵਿੱਚ। ਆਨੰਦ ਮੈਰਿਜ ਐਕਟ ਪਾਸ ਹੋਇਆ 1909 ਈਸਵੀ ਦੇ ਵਿੱਚ। ਫਿਰ ਉਸ ਤੋਂ ਬਾਅਦ ਅਸੀਂ ਜ਼ਿਕਰ ਕੀਤਾ ਇਹਨਾਂ ਦਾ ਕਿ ਰੁਬਾਈਆਂ ਦੀ ਜਿਹੜੀ ਪਹਿਲੀ ਵਾਰ ਵਰਤੋਂ ਹੋਈ ਸੀ, ਰੁਬਾਈਆਂ ਨੂੰ ਇੱਕ ਛੰਦ ਦਾ ਰੂਪ ਵੀ ਕਿਹਾ ਜਾਂਦਾ ਹੈ। ਰੁਬਾਈਆਂ ਦੀ ਪਹਿਲੀ ਵਾਰ ਜੋ ਵਰਤੋਂ ਕੀਤੀ ਸੀ, ਉਹ ਵਰਤੋਂ ਕੀਤੀ ਸੀ ਕਿਹਨਾਂ ਨੇ? ਭਾਈ ਵੀਰ ਸਿੰਘ ਨੇ। ਇੱਕ ਇਹਨਾਂ ਨੂੰ ਰਚਨਾ ਇਹਨਾਂ ਦੀ ਮੇਰੇ ਸਾਈਆਂ ਜੀ, ਉਹ ਰਚਨਾ ਜੋ 1952-53 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ, ਤੇ 1955 ਵਿੱਚ ਇਸ ਨੂੰ ਕੀ ਮਿਲਿਆ ਸੀ? ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਫਿਰ ਉਸ ਤੋਂ ਬਾਅਦ ਸਾਡੇ ਕੋਲ ਆਇਆ ਕਿ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਪਹਿਲੀ ਰਚਨਾ ਸੀ ਇਹਨਾਂ ਦੀ ਨਨਾਣ ਭਰਜਾਈ, ਜੋ ਇਹਨਾਂ ਦੀ ਪਹਿਲੀ ਕਾਵ ਰਚਨਾ। ਇਸ ਦੇ ਬਾਰੇ ਪ੍ਰਸ਼ਨ ਕੀ ਬਣ ਸਕਦਾ ਹੈ ਕਿ ਇਹ ਕਿਹੜੇ ਛੰਦ ਵਿੱਚ? ਬੈਂਤ ਛੰਦ ਵਿੱਚ। ਇਹਦਾ ਵਿਸ਼ਾ ਕੀ ਸੀ? ਇਹ ਸਮਾਜ ਸੁਧਾਰ ਤੋਂ ਸੰਬੰਧਿਤ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਰਾਣਾ ਸੂਰਤ ਸਿੰਘ। ਰਾਣਾ ਸੂਰਤ ਸਿੰਘ ਜੀ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਕੀ ਚੀਜ਼ ਕਿਹਾ ਜਾਂਦਾ ਹੈ? ਮਹਾਕਾਵ ਕਿਹਾ ਜਾਂਦਾ ਹੈ, ਕਿ ਪੰਜਾਬੀ ਸਾਹਿਤ ਦਾ ਪਹਿਲਾ ਮਹਾਕਾਵ ਕਿਹੜਾ? ਰਾਣਾ ਸੂਰਤ ਸਿੰਘ। ਉਸ ਤੋਂ ਇਲਾਵਾ ਇਹ 35 ਸਰਗਾਂ ਦੇ ਵਿੱਚ ਰਚਿਆ ਗਿਆ। ਇਹ ਦੋ ਰੂਪਾਂ 'ਚ ਪ੍ਰਕਾਸ਼ਿਤ ਹੋਇਆ। 1905 ਦੇ ਵਿੱਚ ਤਾਂ ਇਹ ਟਰੈਕਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ। ਫਿਰ ਉਸ ਤੋਂ ਬਾਅਦ 1919 ਦੇ ਵਿੱਚ ਇਹ ਇੱਕ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ। ਫਿਰ ਰਾਣਾ ਸੂਰਤ ਸਿੰਘ ਜੋ ਮਹਾਕਾਵ ਸੀ, ਇਸ ਬਾਰੇ ਅਸੀਂ ਜ਼ਿਕਰ ਕਰਦੇ ਕਿ ਪੜ੍ਹਿਆ ਚੀਜ਼ ਹੋਰ ਕਿ ਇਸ ਵਿੱਚ ਜ਼ਿਕਰ ਹੋਇਆ ਜੀ ਕਿਹੜੇ ਛੰਦ ਦਾ? ਸਿਰਖੰਡੀ ਛੰਦ ਦਾ ਜ਼ਿਕਰ ਹੋਇਆ। ਸਿਰਖੰਡੀ ਪੌੜੀ ਛੰਦ ਦਾ ਪਾਰਟ ਹੈ। ਪੌੜੀ ਦੇ ਦੋ ਪਾਰਟ ਹੈ, ਇੱਕ ਸਿਰਖੰਡੀ ਆ, ਇੱਕ ਨਿਸ਼ਾਨੀ ਆ। ਦੋਵੇਂ ਮਾਤ੍ਰਿਕ ਛੰਦ ਨੇ। ਤੁਕਾਂ 4 ਤੋਂ 17 ਤੱਕ ਮਿਲਦੀਆਂ, ਪਰ ਪਹਿਚਾਨ ਇਹਨਾਂ ਦੀ ਇੱਕੋ ਹੀ ਆ ਕਿ ਸਿਰਖੰਡੀ ਦੀ ਵਿੱਚ ਜਿਹੜਾ ਤੁਕਾਂਤ ਮੇਲ ਹੁੰਦਾ ਉਹ ਤੁਕ ਦੇ ਵਿਚਕਾਰ ਹੁੰਦਾ, ਤੇ ਨਿਸ਼ਾਨੀ ਵਿੱਚ ਤੁਕਾਂਤ ਮੇਲ ਤੁਕ ਦੇ ਅੰਤ ਤੇ ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਅਸੀਂ ਇਹਦਾ ਵਿਸ਼ਾ ਪੜ੍ਹ ਲਿਆ ਸੀ ਕਿ ਰਾਣੀ ਰਾਜ ਕੌਰ ਦੀ ਪੀੜ ਨੂੰ ਬਿਆਨ ਕੀਤਾ ਗਿਆ ਸੀ, ਜੋ ਆਪਣੇ ਪਤੀ ਕੌਣ? ਰਾਣਾ ਸੂਰਤ ਸਿੰਘ ਦੇ ਵਿਛੋੜੇ ਦਾ। ਵਿਛੋੜਾ ਕਦੋਂ? ਮੌਤ ਦੇ ਮਗਰੋਂ। ਮੌਤ ਦੇ ਮਗਰੋਂ ਉਹਨਾਂ ਦੇ ਵਿਛੋੜੇ ਦਾ ਉਹ ਕੀ ਕਰਦੀ ਆ? ਜ਼ਿਕਰ ਕਰਦੀ ਆ। ਉਸ ਤੋਂ ਬਾਅਦ ਅਸੀਂ ਪੜ੍ਹਿਆ ਕਿ ਭਾਈ ਵੀਰ ਸਿੰਘ ਨੇ ਐਸੇ ਮਹਾਕਾਵ ਨੂੰ ਗੁਰਬਾਣੀ ਨਾਲ ਜੋੜ ਕੇ ਵੀ ਰਾਣੀ ਰਾਜ ਕੌਰ ਦੀ ਪੀੜ ਨੂੰ ਕੀ ਕੀਤਾ ਸੀ? ਰਾਣਾ ਸੂਰਤ ਸਿੰਘ ਤੋਂ ਜੋ ਵਿਛੜਨ ਸੀ, ਉਸ ਦੀ ਪੀੜ ਨੂੰ ਉਹਨਾਂ ਨੇ ਕੀ ਕੀਤਾ ਸੀ? ਬਿਆਨ ਕੀਤਾ ਸੀ। ਉਸ ਤੋਂ ਬਾਅਦ ਦਿਲ ਤਰੰਗ ਬਾਰੇ ਸਾਡੀ ਚਰਚਾ ਹੋਈ, ਜੋ ਇਹਨਾਂ ਦਾ ਛੋਟੀਆਂ ਕਵਿਤਾਵਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ। ਛੋਟੀਆਂ ਕਵਿਤਾਵਾਂ ਦਾ ਪਹਿਲਾ ਕਾਵ ਸੰਗ੍ਰਹਿ ਸੀ ਕਿਹੜਾ? ਦਿਲ ਤਰੰਗ। ਠੀਕ ਹੈ, ਜੋ 1920 ਦੇ ਵਿੱਚ ਪ੍ਰਕਾਸ਼ਿਤ ਹੋਇਆ। ਫਿਰ ਲਹਿਰਾਂ ਦੇ ਹਾਰ 1921 ਵਿੱਚ, ਜੋ ਇਹਨਾਂ ਦਾ ਲੰਮੀਆਂ ਕਵਿਤਾਵਾਂ ਦਾ ਇੱਕ ਕਾਵ ਸੰਗ੍ਰਹਿ। ਠੀਕ ਹੈ। ਉਸ ਤੋਂ ਬਾਅਦ ਇਹ ਹੁਣ ਮੈਂ ਟਾਈਟਲ ਲਈ ਮੇਨ ਤੁਸੀਂ ਆਹ ਚੀਜ਼ ਜ਼ਰੂਰ ਯਾਦ ਰੱਖਣੀ ਹੈ ਜੀ। ਇਹਦਾ ਸਕਰੀਨਸ਼ਾਟ ਲੈ ਲਓ, ਚਾਹੇ ਇਹ ਚੀਜ਼ ਜ਼ਰੂਰੀ ਯਾਦ ਰੱਖਣੀ ਆ। ਪਾਠ ਪੁਸਤਕ ਵਿੱਚ ਮੈਂ 12ਵੀਂ 12th ਅਤੇ BA ਦੀਆਂ ਬੁੱਕਸ ਵਿੱਚੋਂ ਅਸੀਂ ਇਸ ਟਾਈਟਲ ਨੂੰ ਨਾਲ ਰੱਖਿਆ ਕਿ ਕਿਹੜੀਆਂ ਰਚਨਾਵਾਂ ਸਾਡੀਆਂ, ਕਿਉਂਕਿ ਮੇਨ ਆਥੈਂਟਿਕ ਬੁੱਕਸ ਉਹੀ ਨੇ। ਜੇ ਜਾਏਗਾ ਜ਼ਿਆਦਾ ਡੀਪ ਤਾਂ ਉਹਨਾਂ ਬੁੱਕਸ ਤੱਕ ਜਾਏਗਾ, ਤਾਂ ਪੇਪਰ 'ਚ ਪ੍ਰਸ਼ਨ ਆ ਸਕਦਾ ਕਿ
ਇਲਮ ਤੇ ਅਮਲ ਦਾ ਕਾਵ ਸੰਗ੍ਰਹਿ ਦਾ ਜਿਹੜਾ ਰਚਨਾ ਦਾ ਸੰਬੰਧ ਉਹ ਮੁੱਖ ਕਿਹੜੀ ਰਚਨਾ ਨਾਲ ਹੈ? ਤਾਂ ਅਸੀਂ ਕਹਿ ਸਕਦੇ ਹਾਂ ਲਹਿਰਾਂ ਦੇ ਹਾਰ ਨਾਲ ਹੈ। ਕੈਲੋ ਦੇ ਗਲ ਲੱਗੀ ਵੇਲ, ਉਸ ਤੋਂ ਬਾਅਦ ਗੋਦਾਵਰੀ ਦੇ ਗੀਤ ਵਿੱਚ। ਹੁਣ ਜਿਵੇਂ ਇਹ ਟਾਈਟਲ ਵਧੀਆ ਪ੍ਰਸ਼ਨ ਬਣ ਸਕਦਾ ਕਿ ਇਸ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੋਦਾਵਰੀ ਨਦੀ ਵਿੱਚ ਪੈਰ ਰੱਖਣ ਦਾ ਮਤਲਬ ਉੱਥੋਂ ਦੇ ਹੁਣ ਇਤਿਹਾਸ ਦਾ ਉਸ ਦਾ ਜ਼ਿਕਰ ਕੀਤਾ ਗਿਆ। ਠੀਕ ਹੈ ਜੀ, ਆਓ ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਮਟਕ ਹੁਲਾਰੇ। ਮਟਕ ਹੁਲਾਰੇ ਦਾ ਮੇਨ ਟਾਈਟਲ ਕੀ ਸੀ? ਇਸ ਵਿੱਚ ਜੋ ਕਸ਼ਮੀਰ ਦੇ ਝਰਨੇ ਆ ਜਾਂ ਕਸ਼ਮੀਰ ਦੀ ਸੁੰਦਰਤਾ ਨੂੰ ਬਿਆਨ ਕੀਤਾ ਗਿਆ ਸੀ। ਫਿਰ ਉਸ ਤੋਂ ਇਲਾਵਾ ਇਹ ਜਿਹੜਾ ਸੰਗ੍ਰਹਿ ਸੀ ਇਹਨੂੰ ਯਾਦ ਰੱਖਿਓ, ਮਟਕ ਹੁਲਾਰੇ ਨੂੰ ਤਿੰਨ ਤਾਂ ਛੋਟੀਆਂ ਕਵਿਤਾਵਾਂ ਦੇ ਤੌਰ ਤੇ ਚਾਰ ਵੱਡੀਆਂ ਕਵਿਤਾਵਾਂ ਦੇ ਤੌਰ ਤੇ ਵੀ ਕੀ ਕੀਤਾ ਗਿਆ ਸੀ? ਵੰਡਿਆ ਗਿਆ ਸੀ। ਠੀਕ ਹੈ, ਤਿੰਨ ਛੋਟੀਆਂ ਕਵਿਤਾਵਾਂ ਜਦੋਂ ਵੰਡਿਆ ਗਿਆ ਤਾਂ ਉਹਦੇ ਵਿੱਚ ਰੰਗ ਰੂਛੂ, ਪੱਥਰ ਕੰਬਣੀਆਂ ਤੇ ਕਸ਼ਮੀਰ ਨਜ਼ਾਰੇ। ਮਟਕ ਹੁਲਾਰੇ ਦੀਆਂ ਚਾਰ ਲੰਮੀਆਂ ਕਵਿਤਾਵਾਂ ਨੂੰ ਉਸਨੇ ਲਿੱਲੀ, ਨਿਸ਼ਾਤ ਬਾਗ, ਨੂਰ ਜਹਾਂ ਤੇ ਫਰਾ ਮੁਰਾਜ ਦੀ ਵਿਲੱਕਣੀ ਵਿੱਚ ਵੰਡਿਆ। ਉਸ ਤੋਂ ਬਾਅਦ ਜਦੋਂ ਅਸੀਂ ਜ਼ਿਕਰ ਕੀਤਾ ਪਾਠ ਪੁਸਤਕ ਤੋਂ ਸੰਬੰਧਿਤ ਮਟਕ ਹੁਲਾਰੇ ਦੇ ਸਾਨੂੰ ਕਿਹੜੇ ਕਿਹੜੇ ਅੰਗ ਦੇਖਣ ਨੂੰ ਮਿਲੇ, ਤਾਂ ਉਸ ਵਿੱਚ ਪਿੰਜਰੇ ਪਿਆ ਪੰਛੀ, ਜਿਸ ਵਿੱਚ ਇੱਕ ਪਿੰਜਰੇ ਵਿੱਚ ਕੈਦ ਜੋ ਪੰਛੀ ਆ ਉਹ ਆਪਦੇ ਦਰਦ ਨੂੰ ਕੀ ਕਰਦਾ ਹੈ? ਬਿਆਨ ਕਰਦਾ ਹੈ। ਉਸ ਤੋਂ ਬਾਅਦ ਕਾਵ ਰੰਗ ਸੁੰਦਰਤਾ, ਸੁੰਦਰਤਾ ਦਾ ਜ਼ਿਕਰ ਹੈ ਕਾਦੀ? ਕਸ਼ਮੀਰ ਦੀ ਹੀ, ਕਿਉਂਕਿ ਟਾਈਟਲ ਕੀ ਹੈ ਸਾਡਾ? ਕਸ਼ਮੀਰ ਦੀ ਸੁੰਦਰਤਾ ਦਾ ਜ਼ਿਕਰ ਕਰ ਰਹੇ ਹਾਂ। ਪ੍ਰਸ਼ਨ ਯਾਦ ਵੀ ਰੱਖ ਲਿਓ, ਇੱਥੇ ਮੈਂ ਲਿਖ ਵੀ ਦਿੰਨਾ। ਜ਼ਿਕਰ ਇਹ ਕਾਹਦਾ ਸੁੰਦਰਤਾ ਦਾ ਹੈ? ਇਹ ਕਸ਼ਮੀਰ ਦੀ ਸੁੰਦਰਤਾ ਦਾ ਜ਼ਿਕਰ ਹੀ ਹੋ ਰਿਹਾ ਜੀ। ਠੀਕ ਹੈ, ਫਿਰ ਚਸ਼ਮਾ, ਇੱਛਾ ਬਲ ਤੇ ਡੂੰਘੀਆਂ ਸ਼ਾਮਾਂ, ਜੋ ਕਵੀ ਦੇ ਝਰਨਿਆਂ ਦੇ ਦ੍ਰਿਸ਼ਟਾਂਤ ਨੂੰ ਆਧਾਰ ਬਣਾ ਕੇ ਉਸ ਨੂੰ ਕੀ ਚੀਜ਼? ਪ੍ਰਭੂ ਨਾਲ ਜੋੜਨ ਲਈ ਪ੍ਰੇਰਿਆ ਹੈ। ਉਸ ਤੋਂ ਬਾਅਦ ਇਹਨਾਂ ਦੀ ਪੁਸਤਕ ਆਈ 1933 ਵਿੱਚ, ਇੱਕ ਰਚਨਾ ਪੜ੍ਹੀ ਕੰਬ ਦੀ ਕਲਾਈ। ਤੇ ਕੰਬ ਦੀ ਕਲਾਈ ਵਿੱਚ ਉਹਨਾਂ ਨੇ ਕੀ ਕੀਤਾ ਸੀ? ਆਪਣੇ ਆਪ ਨੂੰ ਇਸਤਰੀ ਦੇ ਰੂਪ ਵਿੱਚ ਪੇਸ਼ ਕਰਕੇ ਰੱਬ ਨੂੰ ਮਿਲਣ ਤੇ ਉਸ ਤੋਂ ਬਾਅਦ ਉਹਨੂੰ ਨਾ ਫੜ ਸਕਣ ਦੀ ਇੱਕ ਬਿਆਨ ਗਾਥਾ ਨੂੰ ਪੇਸ਼ ਕੀਤਾ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਪਾਠ ਪੁਸਤਕ ਵਿੱਚ ਇਹਦੇ ਅੰਗ, ਇੱਕ ਤਾਂ ਅਣਡਿੱਠਾ ਰਸਦਾਤਾ, ਜਿਸ ਵਿੱਚ ਭਾਈ ਸਾਹਿਬ ਨੂੰ ਕੀ ਚੀਜ਼? ਹੁਣ ਰਸਦਾਤਾ ਦਾ ਜ਼ਿਕਰ ਵੀ ਬਹੁਤ ਚੰਗੇ ਤਰੀਕੇ ਨਾਲ ਪੜ੍ਹਿਆ ਸੀ। ਫਿਰ ਇੱਕ ਸਮਾਂ, ਇੱਕ ਗੁਲਾਬ ਦਾ ਫੁੱਲ। ਹੁਣ ਗੁਲਾਬ ਦੇ ਫੁੱਲ ਵਿੱਚ ਅਸੀਂ ਕੀ ਪੜ੍ਹਿਆ? ਵਾਪਸ ਲਵਾਂ ਮੈਂ, ਅਣਡਿੱਠਾ ਰਸਦਾਤਾ, ਕਦੇ ਨਾ ਦੇਖਣ ਵਾਲਾ ਜੋ ਪ੍ਰਭੂ ਹੈ, ਜੇ ਉਸ ਦੀ ਭਗਤੀ ਕਰੀਏ ਉਸ ਭਗਤੀ ਨਾਲ ਸਾਨੂੰ ਕੀ ਮਿਲਦਾ? ਆਨੰਦ ਮਿਲਦਾ। ਉਸ ਤੋਂ ਬਾਅਦ ਸਮਾਂ, ਮਨੁੱਖ ਨੂੰ ਸਮੇਂ ਦੀ ਕਦਰ ਕਰਨ ਦੇ ਲਈ ਪ੍ਰੇਰਿਆ ਗਿਆ। ਉਸ ਟਾਈਟਲ, ਉਸ ਰਚਨਾ ਵਿੱਚ ਗੁਲਾਬ ਦੇ ਫੁੱਲ ਵਿੱਚ ਕੀ ਚੀਜ਼? ਗੁਲਾਬ ਦੇ ਫੁੱਲ ਵਿਕਾਸਸ਼ੀਲ ਹੋਣ ਦਾ ਜ਼ਿਕਰ ਕੀਤਾ ਕਿ ਉਹ ਦੂਜਿਆਂ ਦੇ ਲਈ ਕੀ ਕਰਦਾ? ਸਦਾ ਵੱਧਦਾ ਫੁੱਲਦਾ ਰਹਿੰਦਾ। ਠੀਕ ਹੈ ਜੀ, ਆਓ ਅੱਗੇ ਚੱਲੀਏ। ਉਸ ਤੋਂ ਬਾਅਦ ਮੇਰੇ ਸਾਈਆਂ ਜੀ, ਜੋ ਉਹਨਾਂ ਦੀ ਲਾਸਟ ਕਾਵ ਪੁਸਤਕ ਸੀ, ਜਿਉਂਦੇ ਜੀ, ਜੋ ਰਚਨਾ ਪ੍ਰਕਾਸ਼ਿਤ ਹੋਈ ਮੇਰੇ ਸਾਈਆਂ ਜੀ 1953 ਵਿੱਚ। 1955 ਵਿੱਚ ਐਸੇ ਰਚਨਾ ਤੇ ਇਹਨਾਂ ਨੂੰ ਕੀ ਮਿਲਿਆ ਸੀ? ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਫਿਰ ਅਸੀਂ ਪੜ੍ਹਿਆ ਕਿ ਪਾਠ ਪੁਸਤਕ ਵਿੱਚ, ਹੁਣ ਵੈਸੇ ਤਾਂ ਮੇਰੇ ਸਾਈਆਂ ਜੀ ਦੀਆਂ ਕੁੱਲ 72 ਕਵਿਤਾਵਾਂ ਨੇ। ਠੀਕ ਹੈ, ਇਹਨਾਂ ਵਿੱਚ 11 ਰੁਬਾਈਆਂ ਤੇ 9 ਛੰਦਬੰਦ ਕਵਿਤਾਵਾਂ ਹਨ। ਮੇਨ ਟਾਈਟਲ ਲਿਆ ਸੀ ਇਸ ਵਿੱਚ, ਜਿਹੜਾ ਪੇਪਰ ਦੇ ਦ੍ਰਿਸ਼ਟੀਕੋਣ ਨਾਲੋਂ ਇਹਦਾ ਮੁੱਖ ਵਿਸ਼ਾ ਕੀ ਸੀ? ਇਸ ਵਿੱਚ ਭਾਈ ਸਾਹਿਬ ਨੇ ਆਪਣੇ ਨਿੱਜੀ ਅਨੁਭਵਾਂ ਦੇ ਅਹਿਸਾਸ ਨੂੰ ਕੀ ਕੀਤਾ? ਚਿਤਰਿਆ। ਠੀਕ ਹੈ ਜੀ। ਉਸ ਤੋਂ ਇਲਾਵਾ ਕੀ ਚੀਜ਼ ਅਸੀਂ ਪੜ੍ਹਿਆ ਕਿ ਪਾਠ ਪੁਸਤਕ ਵਿੱਚ ਇਸ ਤੋਂ ਸੰਬੰਧਿਤ ਸਾਨੂੰ ਇੱਕੋ ਹੀ ਰੂਪ ਮਿਲਦਾ, ਇੱਕ ਰਚਨਾ ਮਿਲਦੀ ਹੈ ਬੀਏ ਦੇ ਵਿੱਚ, ਅਚਨਚੇਤੀ ਦਾ ਝਲਕਾ, ਜੋ ਇੱਕ ਗਜ਼ਲਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਈ। ਠੀਕ ਹੈ ਜੀ। ਸੋ ਉਮੀਦ ਹੈ ਥੋੜਾ ਸੰਖੇਪ ਵੀ ਸੀ, ਵਿਸਤ੍ਰਿਤ ਵੀ ਸੀ, ਦੋਵੇਂ ਰੂਪਾਂ 'ਚ ਲੈ ਕੇ ਚੱਲੇ। ਤੇ ਅੱਜ ਜੋ ਆਪਾਂ ਆਧੁਨਿਕ ਕਾਵ ਦੇ ਸਾਡੇ ਪਹਿਲੇ ਮੋਢੀ ਕਵੀ ਭਾਈ ਵੀਰ ਸਿੰਘ ਬਾਰੇ ਜ਼ਿਕਰ ਕੀਤਾ, ਉਹ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆਇਆ ਹੋਊਗਾ। ਹੁਣ ਜੋ ਬਾਕੀ ਸਾਡਾ ਜੋ ਮੈਟਰ ਹੈ, ਜੋ ਟਾਈਟਲ ਹੈ, ਤਾਂ ਤੁਸੀਂ ਵੀ ਆਓ ਸਾਡੇ ਨਾਲ ਜੁੜੋ ਸਾਡੇ ਸਹਿਜ ਕੰਪੀਟੀਸ਼ਨ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ, ਜਿੱਥੇ ਪੰਜਾਬੀ ਭਾਸ਼ਾ ਦੀਆਂ ਸਾਡੀਆਂ ਡੇਲੀ ਲਾਈਵ ਕਲਾਸਿਸ, ਫਸਟ ਗ੍ਰੇਡ, ਸੈਕਿੰਡ ਗ੍ਰੇਡ, ਥਰਡ ਗ੍ਰੇਡ, ਪੀਐਸ ਟੈਟ, ਸੀ ਟੈਟ, ਨੈਟ, ਇਸ ਤੋਂ ਇਲਾਵਾ ਦਿੱਲੀ ਅਧਿਆਪਕ ਭਰਤੀ ਪ੍ਰੀਖਿਆ, ਪੰਜਾਬ ਪੁਲਿਸ, ਪੰਜਾਬ ਪੀਟੀਆਈ, ਇਹਨਾਂ ਸਭ ਦੇ ਬੈਚ ਆਰੰਭ ਹੋ ਚੁੱਕੇ ਨੇ, ਜਿਨ੍ਹਾਂ ਦੇ ਸਭ ਕਲਾਸਾਂ ਦੀ ਟਾਈਮਿੰਗ ਅਸੀਂ ਲਾਈਵ ਡੇਲੀ ਲੈ ਰਹੇ ਹਾਂ। ਉਸ ਤੋਂ ਇਲਾਵਾ ਉਹੀ ਕਲਾਸ ਸਾਨੂੰ ਬਾਅਦ ਵਿੱਚ ਕੁਝ ਰਿਕਾਰਡ ਮਿਲੇਗੀ। ਫਿਰ ਉਸ ਤੋਂ ਇਲਾਵਾ ਸ਼ੈਡਿਊਲ ਪਲਾਨ ਟੈਸਟ ਸੀਰੀਜ਼ ਵੀ ਚੱਲ ਰਹੀ ਹੈ। ਠੀਕ ਹੈ ਜੀ। ਸਹਿਜ ਕੰਪੀਟੀਸ਼ਨ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਨੂੰ ਤੁਸੀਂ ਜੁਆਇਨ ਕਰੋ ਪਲੇ ਸਟੋਰ ਤੇ ਜਾ ਕੇ। ਟੈਲੀਗ੍ਰਾਮ ਤੇ YouTube ਤੇ ਸੇਮ ਚੈਨਲ ਆ। ਤੁਹਾਡੇ ਜੋ ਵੀ ਸੁਝਾਅ ਹਨ ਤੁਸੀਂ ਮੇਰੇ ਤੱਕ ਪ੍ਰੇਸ਼ਿਤ ਕਰੋ। ਵੱਧ ਵਧੇਰੀ ਜਾਣਕਾਰੀ ਦੇ ਲਈ ਤੁਸੀਂ WhatsApp ਜਾਂ ਕਾਲ ਕਰਕੇ ਆਪਣੀ ਜਾਣਕਾਰੀ ਲੈ ਸਕਦੇ ਹੋ। ਤਾਂ ਸਾਡਾ ਕੰਟੈਕਟ ਨੰਬਰ ਜੋ ਹੈ 935284
ਠੀਕ ਹੈ ਜੀ, ਇਸ ਤੇ ਤੁਸੀਂ WhatsApp ਜਾਂ 2 ਵਜੇ ਤੋਂ ਬਾਅਦ ਕਾਲ ਕਰਕੇ ਆਪਣੀ ਜਾਣਕਾਰੀ ਜੋ ਵੀ ਤੁਸੀਂ ਸਾਡੇ ਤੋਂ ਲੈਣੀ ਚਾਹੋ ਤੁਸੀਂ ਲੈ ਸਕਦੇ ਹੋ। ਤਾਂ ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ, ਬਹੁਤ ਸਾਰੇ ਸਾਡੇ ਸਾਥੀ ਸਾਡੇ ਨਾਲ ਜੁੜ ਚੁੱਕੇ ਨੇ, ਤਿਆਰੀ ਸ਼ੁਰੂ ਕਰ ਦਿੱਤੀ ਆ। ਤੁਸੀਂ ਵੀ ਭਰਤੀ ਦਾ ਵੇਟ ਨਾ ਕਰੋ, ਭਰਤੀ ਆਉਣ ਵਾਲੀ ਆ, ਆਪਣੀ ਤਿਆਰੀ ਸ਼ੁਰੂ ਕਰੋ। ਆਓ ਹੁਮ ਕੇ ਆਪਾਂ ਤਿਆਰੀ ਸ਼ੁਰੂ ਕਰੀਏ ਤੇ ਇੱਕ ਪੰਜਾਬੀ ਅਧਿਆਪਕ ਬਣ ਕੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰੀਏ। ਸੋ ਮਿਲਦੇ ਹਾਂ ਜੀ ਕਦੋਂ ਕੋਈ ਅਗਲੀ ਜਮਾਤ ਦੇ ਵਿੱਚ, ਜਦੋਂ ਵੀ ਸਮਾਂ ਮਿਲਿਆ ਕਦੇ ਵਾਪਸ ਆਪਾਂ ਨੂੰ ਰੂਬਰੂ ਹੋਣ ਦਾ YouTube ਤੇ, ਵੈਸੇ ਐਪ 'ਚ ਡੇਲੀ ਆਪਾਂ ਲਾਈਵ ਹੋ ਰਹੇ ਹਾਂ, ਤਾਂ YouTube ਤੇ ਜਦੋਂ ਵੀ ਸਾਨੂੰ ਸਮਾਂ ਮਿਲਿਆ ਅੱਗੇ ਕੋਈ ਕਲਾਸ ਲੈ ਕੇ ਆਉਣ ਦਾ ਤਾਂ ਮਿਲਾਂਗੇ। ਉਦੋਂ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਧੰਨਵਾਦ।